जो सुन तूषण होत पयो, पुन भंगर नाथ न बाणी अलाई। लोप पयो प्रगट्यो डिग गोरख, बैठ गयो निज आसन लाई। वाहिगुरु जी का खालसा, वाहिगुरु जी की फतेह। जुगो जुग अटल दसां पातशाहियां दी प्रतख जोत, सब सिखन को हुक्म है गुरु मानियो ग्रंथ। ऐसियां वड्याइयां दे पातशाह श्री गुरु ग्रंथ साहिब महाराज सच्चे पातशाह जियां दी पावन पवित्र हजूरी में जुड़ बैठी गुरु प्यारी गुरु सवारी साध संगत जी वड्डे भाग हन। अष्टम बलबीरा बाला प्रीतम श्री गुरु हरकृष्ण साहिब महाराज जियां दे पवित्र पावन स्थान गुरुद्वारा बंगला साहिब दर्शन करन दा सुभाग प्राप्त होया, जिथे आप जियां ने बड़े ही प्यार सहित साहिब श्री गुरु ग्रंथ साहिब महाराज जी नूं नमस्कार कीती। उत्थे ही पातशाह दे हजूर जुड़ के बड़े अदब नाल रब्बी कीर्ति दा आनंद गुरबाणी कीर्तन दे राही मनना कीता है। हुण समा है पावन दरबार दी मर्यादा अनुसार गुर इतिहास दी विचार दा। सतगुरां दे पावन स्थान ते जाहर पीर जगत गुर बाबा ऐसियां अजमतां दे मालक, ऐसियां रहमतां वरताउण वाले, सबना जियां का एक दाता सो मैं विसर न जाईदा उपदेश करन वाले साहिब श्री गुरु नानक देव महाराज जी का पवित्र इतिहास चल रहा है। प्रसंग आप जी ने सरवण किया है, किवें धन गुरु नानक देव महाराज जी दे नाल जदों सतगुरु जी इन्हां पर्बतां ते गए जिथे सतगुरां दा संसार विच काजियां मौलाणियां दे नाल उस समय दे धार्मिक ब्राह्मणां दे नाल विचार गोष्ठां होईयां। उत्थे सतगुरां ने खास करके जिक्र किया कि जोगी जुगत ना जाने अंध, जोगियां दी गल भी कीती। इसे करके पातशाह जी ने जिथे आपां देखदे संसार विच कदे नानक मते दे स्थान ते गोष्ठां होईयां, कदे मुल्तान दे अंदर, कदे अचल बटाले दे स्थान ते, इसे तरह ही सतगुरु जी इन्हां पर्बतां ते गए जिथे कि बर्फ ही बर्फ है। पर जिहड़े सिद्ध जोगी नाथ आदिक सन उन्हां दा एक वड्डा टोला जिहड़ा है, वड्डी गिणती जिहड़ी है वो इन्हां पर्बतां ते वसदी सी। इन्हां दे पर्बतां दे वसन दा कारण सी इह संसार नूं दुखां दा घर समझदे, ये आखदे सन साडा संसार दे नाल कोई सरोकार नहीं। इत्थे जिहड़े मर्जी राजे दी प्रजा होवे, राजा प्रजा दा लहू पीवे, राजा प्रजा नूं सुख दवे ना दवे,
ਬੇਸ਼ੱਕ ਉਲਟੀ ਵਾੜ ਖੇਤ ਕੋ ਖਾ ਜਾਵੇ। ਇਹਨਾਂ ਜੋਗੀਆਂ ਨੂੰ, ਇਹਨਾਂ ਸਿੱਧਾਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ। ਕੱਲਾ ਜੋਗੀਆਂ ਦੀ ਗੱਲ ਨਹੀਂ, ਉਸ ਸਮੇਂ ਦੇ ਜਿਹੜੇ ਧਾਰਮਿਕ ਲੋਕ, ਬੇਸ਼ੱਕ ਉਹ ਧਰਮ ਸਥਾਨਾਂ ਤੇ ਪੁਜਾਰੀ ਸਨ, ਉਹਨਾਂ ਨੇ ਵੀ ਬਹੁਤਿਆਂ ਨੇ ਇਹੀ ਆਖ ਦਿੱਤਾ ਸੀ, ਜਿਹੜਾ ਮਰਜੀ ਹਾਕਮ ਆ ਕੇ ਤੇ ਕਬਜ਼ਾ ਕਰੇ, ਇੱਥੋਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲੇ, ਇੱਥੋਂ ਦੇ ਧਰਮ ਸਥਾਨਾਂ ਦੀ ਬੇਅਦਬੀ ਕਰੇ, ਸਾਨੂੰ ਕੀ ਹੈ। ਪਰ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਐਸਾ ਸੰਸਾਰ ਤੇ ਪੈਦਾ ਹੋਇਆ, ਜਿਸ ਘਰ ਨੇ ਆਖਿਆ ਹਰ ਧਰਤੀ ਦੇ ਕੋਨੇ ਵਿੱਚ ਜਿਹੜੀ ਬੱਚੀ ਹੈ ਸਾਡੀ ਆਪਣੀ ਬੱਚੀ ਹੈ, ਹਰ ਕੋਨੇ ਦੀ ਧੀ ਭੈਣ ਜਿਹੜੀ ਹੈ ਉਹ ਸਾਡੇ ਵਾਸਤੇ ਬੇਗਾਨੀ ਨਹੀਂ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹ ਤਾਤ ਪਰਾਈ ਜਿਹੜੀ ਸੀ, ਇਹ ਸਤਿਗੁਰਾਂ ਦੇ ਸਿਧਾਂਤਾਂ ਨੇ ਕੱਢੀ ਹੈ। ਇੱਥੋਂ ਦੇ ਲੋਕ ਤੇ ਆਖਦੇ ਸਨ, ਜਦੋਂ ਬਾਬਰ ਵੀ ਚੜ੍ਹ ਕੇ ਆਇਆ ਸੀ, ਉਹਨਾਂ ਨੇ ਜਾਦੂ ਟੂਣਿਆਂ ਦਾ, ਮੰਤਰਾਂ ਦਾ ਸਹਾਰਾ ਲਿਆ। ਉਹਨਾਂ ਨੇ ਤੁਪਕਾਂ ਚਲਾਈਆਂ, ਬੰਦੂਕਾਂ ਚਲਾਈਆਂ, ਔਰ ਬੜੇ ਸਹਿਜੇ ਦੇ ਨਾਲ ਆ ਕੇ ਇੱਥੋਂ ਦੀ ਦੌਲਤ ਨੂੰ ਲੁੱਟਿਆ, ਇੱਥੋਂ ਦੀਆਂ ਧੀਆਂ ਭੈਣਾਂ ਦੇ ਉੱਪਰ ਜ਼ੁਲਮ ਕੀਤੇ, ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ। ਹਰਕਤ ਨਹੀਂ ਕਰਨੀ ਪਈ ਸੀ, ਕਿਉਂ? ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਬਹੁਤਿਆਂ ਨੇ ਆਪਣਾ ਜਿਹੜਾ ਧਰਮ ਸੀ ਉਹਨਾਂ ਦਾ, ਸੂਰਮੇ ਦਾ ਜਿਹੜਾ ਧਰਮ ਹੁੰਦਾ ਹੈ, ਜੇ ਸੂਰਮਾ ਆਪਣੇ ਯੁੱਧ ਅਭਿਆਸ ਹੀ ਛੱਡ ਦਵੇ ਫਿਰ ਭਾਈ ਉਹ ਕੀ ਕਰ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਧਾਰਮਿਕ ਲੋਕ ਸਨ, ਉਹਨਾਂ ਦਾ ਬਹੁਤਾ ਹਿੱਸਾ ਜੇ ਸੰਸਾਰ ਵਿੱਚ ਵਿਚਰਦਾ ਸੀ, ਉਹ ਮੰਗ ਖਾਣਿਆਂ ਦਾ ਸੀ, ਭਾਵ ਕਿ ਜਿਹੜੇ ਮੰਗ ਕੇ ਖਾਣ ਵਾਲੇ ਸਨ ਉਹਨਾਂ ਦਾ ਸੀ। ਹੁਣ ਸਮਾਜ ਦੇ ਉੱਪਰ ਕਿੰਨਾ ਕੁ ਬੋਝ ਝੱਲ ਸਕਦਾ ਸਮਾਜ। ਇੱਕ ਪਰਿਵਾਰ ਹੈ, ਉਹਦੇ ਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ। ਕੁਝ ਇਹੋ ਜਿਹੇ ਵਿਹਲੜ ਲੋਕ ਜਿਹੜੇ ਮੰਗਣ ਵਾਲੇ ਆ ਜਾਣ, ਉਹਨਾਂ ਦੀ ਜ਼ਿੰਮੇਵਾਰੀ। ਇੱਕ ਜਿਹੜੇ ਹਾਕਮ ਉਹੋ ਜਿਹੇ ਹੁਣ ਰੱਤ ਪੀਣੇ ਬਣ ਜਾਣ, ਕਿੰਨਾ ਔਖਾ ਉਹਨਾਂ ਲੋਕਾਂ ਵਾਸਤੇ। ਐਸੇ ਲੋਕਾਂ ਦੀ ਪੁਕਾਰ ਨੂੰ ਪਰਮੇਸ਼ਰ ਨੇ ਆਪਣੇ ਦਰ ਤੇ ਸੁਣਿਆ ਸੀ ਤੇ ਗੁਰੂ ਨਾਨਕ ਜਗ ਮਾਹੇ ਪਠਾਇਆ ਸੀ। ਸਤਿਗੁਰਾਂ ਨੇ ਹਰ ਪੱਖ ਨੂੰ ਉੱਚਾ ਚੁੱਕਿਆ। ਇਹ ਜਿਹੜੇ ਜੋਗੀ ਸਨ, ਬਹੁਤਾ ਹਿੱਸਾ ਜਿਹੜਾ ਸੰਸਾਰ ਵਿੱਚ ਉਹ ਵੀ ਕਿਸੇ ਦੇ ਕੰਮ ਦਾ ਨਹੀਂ ਸੀ, ਭਾਵ ਕਿ ਉਹਨਾਂ ਤੋਂ ਵੀ ਕਿਸੇ ਨੂੰ ਲਾਭ ਨਹੀਂ ਸੀ, ਕਿਉਂਕਿ ਉਹ ਤੇ ਆਪ ਸੰਸਾਰ ਦੇ ਬੋਝ ਬਣੇ ਹੋਏ ਸਨ। ਪਰ ਜਿਨ੍ਹਾਂ ਨੇ ਸੰਸਾਰ ਤੋਂ ਕਿਨਾਰਾ ਕੀਤਾ ਸੀ, ਇਕਾਂਤਵਸ ਹੋਏ ਸਨ, ਪਰਬਤਾਂ ਤੇ ਜਾ ਕੇ ਬੈਠੇ ਜੀਵਨ, ਉਹਨਾਂ ਦਾ ਵੀ ਕੋਈ ਸੰਸਾਰ ਵਾਸਤੇ ਲਾਭ ਵਾਲਾ ਨਹੀਂ ਸੀ। ਉਹ ਵੀ ਸੰਸਾਰ ਨੂੰ ਨਫ਼ਰਤ ਕਰ ਰਹੇ ਸਨ, ਔਰ ਆਪਣੇ ਇਨ੍ਹਾਂ ਇਕਾਂਤਵਸ ਪਰਬਤਾਂ ਤੇ ਵਸਣ ਦੇ ਹੰਕਾਰ ਨੇ ਉਹਨਾਂ ਨੂੰ ਦੁਨੀਆ ਦੇ ਨਾਲੋਂ ਬਿਲਕੁਲ ਹੀ ਨਾਤਾ ਤੋੜ ਰੱਖਿਆ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਨਾਂ ਪਰਬਤਾਂ ਤੇ ਗਏ, ਇਹ ਹੈਰਾਨ ਹੋ ਗਏ ਕਿ ਸਾਡੇ ਕੋਲ ਇੰਨੀਆਂ ਤਾਕਤਾਂ ਰਿੱਧੀਆਂ ਸਿੱਧੀਆਂ, ਇਹ ਇੱਥੇ ਕਿਵੇਂ ਆ ਗਏ ਨੇ, ਸਵਾਲ ਕਰਦੇ ਨੇ। ਪਰ ਸਤਿਗੁਰੂ ਜੀ ਨੇ ਇੱਕੋ ਤਾਕਤ ਦੀ ਗੱਲ ਕੀਤੀ, ਇੱਕੋ ਕਰਾਮਾਤ ਦੀ ਗੱਲ ਕੀਤੀ, ਇੱਕੋ ਸ਼ਕਤੀ ਦੀ ਗੱਲ ਕੀਤੀ ਕਿ ਹਉ ਜਪਿਆ ਪਰਮੇਸ਼ਰੋਂ ਭਾਉ ਭਗਤ ਸੰਗ ਤਾੜੀ ਲਾਈ। ਕਹਿੰਦੇ ਸਾਡੇ ਕੋਲ ਜਿਹੜੀ ਸ਼ਕਤੀ ਹੈ, ਸਾਡੇ ਕੋਲ ਜਿਹੜੀ ਤਾਕਤ ਹੈ, ਅਸੀਂ ਪਰਮੇਸ਼ਰ ਨੂੰ ਧਿਆਇਆ। ਪਰਮੇਸ਼ਰ ਨੂੰ ਧਿਆਉਣ ਦਾ ਜਿਹੜਾ ਸਾਡਾ ਢੰਗ ਸੀ ਉਹ ਭਾਵ ਭਗਤ ਸੀ, ਭਾਵ ਪ੍ਰੇਮਾ ਭਗਤੀ ਦੇ ਨਾਲ ਅਸੀਂ ਰੱਬ ਨੂੰ ਯਾਦ ਕੀਤਾ ਆ। ਤੇ ਅਸੀਂ ਤੁਹਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਬੜੇ ਵੱਡੇ ਕਰਾਮਾਤੀ ਸਮਝਦੇ, ਅਸੀਂ ਤੁਹਾਡੇ ਤੱਕ ਵੀ ਪਹੁੰਚ ਕਰ ਲਈ। ਹੁਣ ਪਾਤਸ਼ਾਹ ਜੀ ਇਹਨਾਂ ਦੇ ਕੋਲ ਪਹੁੰਚੇ। ਇਹਨਾਂ ਦਾ ਇੱਕੋ ਇੱਕ ਯਤਨ ਆ, ਕਿਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਵੇਂ ਦਰਸ਼ਨ ਲੇਵੈ ਬਾਲਾ ਕਿ ਸਾਡਾ ਮਤ ਧਾਰਨ ਕਰ ਲੈਣ, ਸਾਡੇ ਮਤ ਨੂੰ ਚਾਰ ਚੰਨ ਲੱਗ ਜਾਣਗੇ।
ਜੇ ਇੰਨਾ ਸਿਆਣਾ ਬਾਲਕ ਸਾਡੇ ਮੱਤ ਵਿੱਚ ਆ ਜਾਵੇ। ਇਹਨਾਂ ਨੇ ਲਭਾਉਣ ਦਾ ਯਤਨ ਕੀਤਾ ਹੈ। ਕਦੇ ਪਾਣੀ ਲਿਆਉਣ ਵਾਸਤੇ ਆਖਦੇ ਨੇ, ਅੱਗੇ ਪਾਣੀ ਦੇ ਵਿੱਚ ਹੀਰੇ ਜਵਾਹਰਾਤ ਵਰਤਾ ਦਿੰਦੇ ਨੇ ਕਿ ਇਹ ਭਰਮ ਜਾਵੇ ਕਿ ਸਿੱਧ ਦੇ ਇੰਨੀਆਂ ਕਰਾਮਾਤਾਂ ਦੇ ਮਾਲਕ ਨੇ। ਪਰ ਉਹ ਸੱਚੇ ਪਾਤਸ਼ਾਹ ਨੂੰ ਕੌਣ ਭੁਲਾ ਸਕਦਾ ਹੈ, ਜਿਹਦਾ ਆਪ ਹੀ ਜਨਮ ਇਸ ਵਾਸਤੇ ਹੋਇਆ ਕਿ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਯਤਨ ਬੜੇ ਹੋਏ ਨੇ, ਕਦੇ ਡਰਾਉਂਦੇ ਨੇ, ਕਦੇ ਬਾਲਾ ਕਹਿ ਕੇ ਕਈ ਤਰ੍ਹਾਂ ਦੇ ਸਵਾਲ ਸੰਵਾਦ ਰਚਦੇ ਨੇ, ਪਰ ਹਰ ਜਗ੍ਹਾ ਇਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ, ਹਾਰਦੇ ਨੇ। ਸੋ ਕਵੀ ਰਾਜ ਜੀ ਲਿਖਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਐ ਜੋਗੀ, ਕੰਨਾਂ ਦੇ ਵਿੱਚ ਮੁੰਦਰਾਂ ਪਾਉਣ ਨਾਲ ਕੀ ਹੋਵੇਗਾ? ਸਰੀਰ ਦੇ ਉੱਪਰ ਸੇਲੀ ਪਹਿਨਣ ਨਾਲ ਕੀ ਹੋਵੇਗਾ? ਸਰੀਰ ਤੇ ਸਵਾਹ ਮਲਣ ਨਾਲ ਕੀ ਹੋਵੇਗਾ? ਵੇਖ ਦੰਭ ਕੇ ਨਿਧਾਨ ਹੈ। ਕਹਿੰਦੇ ਦੁਨੀਆ ਨੂੰ ਧੋਖਾ ਦੇ ਦਿੱਤਾ ਜਾ ਸਕਦਾ, ਪਰ ਕਹਿੰਦੇ ਰੱਬ ਨੂੰ ਕਦੇ ਨਹੀਂ ਠੱਗਿਆ ਜਾ ਸਕਦਾ, ਕਿਉਂਕਿ ਜਿਹੜਾ ਪਰਮੇਸ਼ਰ ਆਪ ਇਹਨਾਂ ਭੇਖਾਂ ਤੋਂ, ਇਹਨਾਂ ਚੱਕਰ ਚਿੰਨ੍ਹਾਂ ਤੋਂ ਨਿਆਰਾ ਹੋਵੇ, ਉਹਨੂੰ ਇਕੱਲੇ ਚਿੰਨ੍ਹ ਧਾਰਨ ਕਰਕੇ, ਉਹਨੂੰ ਇਕੱਲਾ ਭੇਖ ਧਾਰਨ ਕਰਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕੇ। ਰੱਬ ਇਹਨਾਂ ਚੀਜ਼ਾਂ ਤੋਂ ਨਿਆਰਾ ਹੈ। ਫਿਰ ਪਾਤਸ਼ਾਹ ਕਹਿਣ ਲੱਗੇ, ਜੋਗਤ ਕੀ ਜੁਗਤ ਨਹਿ ਜਾਣੀ ਤੈਂ। ਕਹਿੰਦੇ ਅਸਲ ਵਿੱਚ ਜੋਗ ਦੀ ਜਿਹੜੀ ਜੁਗਤੀ ਸੀ ਨਾ, ਉਹ ਤੁਸੀਂ ਨਹੀਂ ਸਮਝੀ। ਅਸਲ ਵਿੱਚ ਜੋਗ ਦੀ ਜੁਗਤੀ ਕੀ ਸੀ? ਪਾਤਸ਼ਾਹ ਨੇ ਆਖਿਆ, ਭਾਈ ਉਹ ਸੰਸਾਰ ਵਿੱਚ ਵਿਚਰਨਾ ਸੀ, ਪਰ ਵਿਚਰਨਾ ਕਿਸ ਢੰਗ ਦੇ ਨਾਲ ਸੀ? ਇੱਕ ਪ੍ਰਾਹੁਣੇ ਦੀ ਤਰ੍ਹਾਂ। ਹੁਣ ਦੇਖੋ, ਪ੍ਰਾਹੁਣਾ ਕਿਤੇ ਆਉਂਦਾ ਆ, ਸਾਰੀਆਂ ਸਹੂਲਤਾਂ ਵੀ ਮੰਨਦਾ ਆ, ਪਰ ਉਹ ਕਦੇ ਕਿਸੇ ਚੀਜ਼ ਤੇ ਦਾਅਵਾ ਨਹੀਂ ਕਰਦਾ, ਭਰੋਸਾ ਨਹੀਂ ਕਰਦਾ ਕਿ ਇਹਦੇ ਹਰ ਜਗ੍ਹਾ ਤੇ ਮੇਰਾ ਹੀ ਨਾਂ ਲਿਖਿਆ ਜਾਵੇ, ਹਰ ਜਗ੍ਹਾ ਤੇ ਮੇਰਾ ਹੀ ਨਾਮ ਹੋਵੇ। ਪ੍ਰਾਹੁਣਾ ਇਹ ਦਾਅਵਾ ਨਹੀਂ ਕਰਦਾ। ਅਸਲ ਵਿੱਚ ਸੰਸਾਰ ਵਿੱਚ ਆਪਾਂ ਵੀ ਇਸੇ ਤਰ੍ਹਾਂ ਵਿਚਰਨਾ ਸੀ। ਸਤਿਗੁਰਾਂ ਨੇ ਬਚਨ ਕੀਤਾ ਨਾ ਕਿ ਜੈਸੇ ਜਲ ਮੇ ਕਮਲ ਨਿਰਾਲ ਮੁਰਗਾਈ ਨੈ ਸਹਿਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਦੋ ਉਦਾਹਰਨਾਂ ਦਿੱਤੀਆਂ ਸੀ, ਇੱਕ ਦਿੱਤੀ ਸੀ ਕਮਲ ਦੀ, ਇੱਕ ਦਿੱਤੀ ਹੈ ਮੁਰਗਾਬੀ ਦੀ। ਕਮਲ ਨੂੰ ਕਦੇ ਤੁਸੀਂ ਦੇਖੋ, ਕਮਲ ਸਾਫ਼ ਪਾਣੀ 'ਚ ਨਹੀਂ ਹੁੰਦਾ, ਮਾੜੇ ਪਾਣੀ ਦੇ ਵਿੱਚ ਹੁੰਦਾ, ਗੰਦੇ ਪਾਣੀ ਵਿੱਚ ਹੁੰਦਾ ਹੈ, ਪਰ ਉਹ ਜਦੋਂ ਖਿੜਦਾ ਆ, ਉਹ ਉੱਪਰ ਹੋ ਕੇ ਖਿੜਦਾ ਆ। ਉਸ ਕਮਲ ਦੀ ਮਹਾਨਤਾ ਇੰਨੀ ਹੈ, ਜਦੋਂ ਵੀ ਕਿਤੇ ਰੱਬੀ ਪਿਆਰਿਆਂ ਦੇ ਚਰਨਾਂ ਦੀ ਗੱਲ ਕੀਤੀ ਜਾਵੇ, ਉੱਥੇ ਚਰਨ ਕਮਲ ਦੀ ਗੱਲ ਆਵੇਗੀ ਕਿ ਕਮਲ ਵਰਗੇ ਸੁੰਦਰ। ਭਾਵ ਕਿ ਉਹ ਚਿੱਕੜ ਦੇ ਵਿੱਚ ਹੋ ਕੇ ਵੀ ਖਿੜਿਆ ਜਿਹੜਾ ਹੈ, ਨਿਰਲੇਪ ਹੈ, ਚਿੱਕੜ ਤੋਂ ਨਿਰਲੇਪ ਹੈ, ਉਹਦਾ ਚਿੱਕੜ ਦਾ ਉਹਦੇ ਉੱਪਰ ਕੋਈ ਪ੍ਰਭਾਵ ਨਹੀਂ। ਹੁਣ ਜਿਹੜੀ ਮੁਰਗਾਬੀ ਹੈ, ਉਹ ਜਦੋਂ ਤੈਰਦੀ ਹੈ, ਕਹਿੰਦੇ ਉਹਦੇ ਪੰਖ ਨਹੀਂ ਭਿੱਜਦੇ। ਪਾਣੀ ਵਿੱਚ ਤੈਰਦੀ ਜ਼ਰੂਰ ਹੈ, ਪੰਖ ਭਿੱਜ ਜਾਣ, ਪੰਛੀ ਕੋ ਉੱਡਿਆ ਨਹੀਂ ਜਾਵੇਗਾ। ਪਰ ਇੱਕ ਮੁਰਗਾਬੀ ਐਸੀ ਹੈ ਜਿਹੜੀ ਆਪਣੇ ਪੰਖਾਂ ਨੂੰ, ਪਰਾਂ ਨੂੰ ਭਿੱਜਣ ਨਹੀਂ ਦਿੰਦੀ, ਤੇ ਜਦੋਂ ਚਾਹੇ ਪਾਣੀ ਤੋਂ ਉੱਡ ਜਾਂਦੀ ਹੈ। ਕਹਿੰਦੇ ਅਸਲ ਵਿੱਚ ਰੱਬੀ ਪਿਆਰਿਆਂ ਦਾ ਜੀਵਨ ਹਰ ਇੱਕ ਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਆਪਾਂ ਸੰਸਾਰ ਵਿੱਚ ਵਿਚਰੀਏ, ਸੰਸਾਰ ਦੀ ਮੋਹ ਮਾਇਆ ਸਾਡੇ ਇੰਨਾ ਉੱਪਰ ਪ੍ਰਭਾਵ ਨਾ ਪੈ ਜਾਵੇ ਕਿ ਅਸੀਂ ਇਹਦੇ ਵਿੱਚ ਤਾਰੀਆਂ ਲਾਉਂਦੇ ਫਿਰੀਏ, ਡੁੱਬਦੇ ਫਿਰੀਏ, ਇਸ ਢੰਗ ਨਾਲ ਵਿਚਰੀਏ ਕਿ ਮਾਇਆ ਗੁਜਰਾਨ ਹੈ। ਮਾਇਆ ਮਾੜੀ ਨਹੀਂ ਹੈ। ਸਤਿਗੁਰਾਂ ਨੇ ਆਖਿਆ ਇਹਦੀ ਵਰਤੋਂ ਕਰਨ ਦਾ ਢੰਗ ਹੋਣਾ ਚਾਹੀਦਾ, ਸਾਨੂੰ ਇਹਨੂੰ ਗੁਜਰਾਨ ਸਮਝਣਾ ਚਾਹੀਦਾ ਹੈ। ਮੁਰਗਾਬੀ ਹੈ, ਜਦੋਂ ਚਾਹੇ ਉੱਡ ਜੇ ਉੱਡ ਸਕਦੀ ਹੈ। ਭਾਈ ਸਾਡਾ ਵੀ ਜੀਵਨ ਇਹੋ ਜਿਹਾ ਹੋਣਾ ਚਾਹੀਦਾ, ਇੰਨਾ ਵੀ ਲਗਾਓ ਨਹੀਂ ਸਾਡਾ ਬਣ ਜਾਣਾ ਚਾਹੀਦਾ ਕਦੇ ਸਤਾ ਨਾਲ, ਕਦੇ ਦੁਨੀਆ ਦੇ ਅਹੁਦਿਆਂ ਨਾਲ, ਕਿ ਅਸੀਂ ਦੂਸਰਿਆਂ ਦੇ ਜ਼ੁਲਮ ਕਰਨੇ ਸ਼ੁਰੂ ਕਰ ਦਈਏ। ਕਵੀ ਜੀ ਲਿਖਦੇ, ਪਾਤਸ਼ਾਹ ਕਹਿਣ ਲੱਗੇ, ਜੋਗ ਹੂੰ ਤੇ ਅਣਜਾਨ ਹੋ। ਕਹਿੰਦੇ ਭਾਈ ਤੁਸੀਂ ਜੋਗ ਦੀ ਜੁਗਤ ਨਹੀਂ ਸਮਝੀ, ਤੂੰ ਹੀ ਤੇ ਤੇਰਾ ਗੁਰੂ ਵੀ ਜੋਗ ਤੋਂ ਅਣਜਾਨ ਹੈ। ਕਹਿੰਦੇ ਔਧ ਹੈ ਵਧਾਈ ਕੂਰ, ਪੰਥ ਸ਼ੁਭ ਰਹਿਓ ਦੂਰ,
ਹੋਇਆ ਕੀ ਹੈ? ਤੁਸੀਂ ਆਪਣੀ ਉਮਰ ਲੰਬੀ ਕਰ ਲਈ। ਕਹਿੰਦੇ ਸ਼ੁਭ ਪੰਥ ਸ਼ੁਭ ਰਹਿਓ ਦੂਰ। ਜਿਹੜਾ ਚੰਗਾ ਰਸਤਾ ਸੀ ਨਾ ਉਹ ਤੁਹਾਡੇ ਤੋਂ ਦੂਰ ਹੋ ਗਿਆ। ਕਹਿੰਦੇ ਸਹਿਜ ਸਰੂਪ ਕੋ ਹਦੂਰ ਕੇ ਵਜਾਨ ਹੋ। ਭਾਈ ਜ਼ਿੰਦਗੀ ਜਿਹੜੀ ਹੈ ਇਹਦੇ ਵਿੱਚ ਸਹਿਜ ਦੀ ਬੜੀ ਮਹਾਨਤਾ ਆ। ਹੱਠ ਜੋਗ ਦੀ ਗੱਲ ਜਿਹੜੀ ਹੈ ਇਹ ਜੋਗ ਮਤ ਕਰਦਾ ਸੀ, ਪਰ ਗੁਰਮਤ ਵਿੱਚ ਇਹ ਵਾਲਾ ਹੱਠ ਪ੍ਰਵਾਨ ਨਹੀਂ। ਇੱਕ ਹੱਠ ਜ਼ਰੂਰ ਹੈ ਕਿ ਆਪਾਂ ਅੰਮ੍ਰਿਤ ਵੇਲੇ ਉੱਠਣਾ, ਪਰ ਇਹ ਜੋਗ ਮਤ ਵਾਲਾ ਨਹੀਂ, ਇਹ ਮਨ ਦੇ ਚਾਉ ਦਾ ਹੱਠ ਹੈ। ਆਪਾਂ ਨਿਤਨੇਮ ਕਰਨਾ, ਗੁਰਦੁਆਰੇ ਜਾਣਾ, ਕਿਸੇ ਭੁੱਖੇ ਨੂੰ ਭੋਜਨ ਖਵਾਉਣਾ, ਪਾਣੀ ਪਿਆਉਣਾ। ਗੁਰੂ ਕੇ ਸਿੰਘਾਂ ਨੇ ਰੇਲਾ ਰੋਕ ਰੋਕ ਕੇ ਵੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਪਰ ਇਹ ਅੰਦਰ ਦੇ ਚਾਅ ਦਾ ਹੱਠ ਹੈ ਕਿ ਕਿਸੇ ਭੁੱਖੇ ਦੀ ਸੇਵਾ ਕਰਨੀ, ਕਿਸੇ ਬਿਸਤਰ ਹੀੜੇ ਨੂੰ ਬਿਸਤਰਾ ਦੇਣਾ। ਇਹੋ ਜਿਹੇ ਜਿਹੜੇ ਕਾਰਜ ਨੇ ਇਹ ਅੰਦਰੋਂ ਪ੍ਰੇਮ ਸਦਕਾ ਹੁੰਦੇ ਨੇ। ਸੋ ਕਵੀ ਜੀ ਲਿਖਦੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਜੋਗੀ ਨੂੰ ਅਸਲ ਜੋਗ ਦੀ ਜੁਗਤ ਸਮਝਾ ਰਹੇ ਨੇ। ਫਿਰ ਕਿਵੇਂ ਭੰਗਰਨਾਥ ਜਿਹੜਾ ਨਿਰ ਉੱਤਰ ਹੁੰਦਾ ਅੱਜ ਕਵੀ ਜੀ ਸਾਨੂੰ ਦਰਸਾ ਰਹੇ ਨੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਇੱਕ ਵਾਰ ਰਸਨਾ ਤੋਂ ਉਚਾਰਨ ਕਰੀਏ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜੋ ਸੁਨ ਤੂਸ਼ਣ ਹੋਤ ਪਇਓ ਪੁਨ, ਭੰਗਰਨਾਥ ਨ ਬਾਣੀ ਅਲਾਈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭੰਗਰਨਾਥ ਨੂੰ ਅਸਲ ਜੋਗ ਦੀ ਜੁਗਤੀ ਦੱਸੀ ਕਿ ਇਹ ਭੰਗਰਨਾਥ ਹੈ, ਨਾ ਤੇ ਤੂੰ ਨਾ ਤੇ ਤੇਰਾ ਗੁਰੂ ਜੋਗ ਦੀ ਜੁਗਤ ਨੂੰ ਸਮਝ ਸਕਿਆ। ਤੁਸੀਂ ਜੋਗ ਨੂੰ ਇਹ ਸਮਝਿਆ ਕਿ ਉਮਰ ਵੱਡੀ ਕਰ ਲਵੋ, ਕਰਾਮਾਤੀ ਸ਼ਕਤੀਆਂ ਪ੍ਰਾਪਤ ਕਰ ਲਵੋ, ਇਹੀ ਯੋਗ ਹੈ। ਕਹਿੰਦੇ ਇਹ ਅਸਲ ਵਿੱਚ ਯੋਗ ਨਹੀਂ। ਕਹਿੰਦੇ ਜੋ ਸੁਨ ਤੂਸਨ ਹੋਤ ਭਇਓ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣੇ ਨਾ, ਭੰਗਰਨਾਥ ਜਿਹੜਾ ਤੂਸਨ ਹੋ ਗਿਆ, ਚੁੱਪ ਕਰ ਗਿਆ। ਭੰਗਰਨਾਥ ਨਾ ਬਾਣੀ ਅਲਾਈ। ਹੁਣ ਭੰਗਰਨਾਥ ਜਿਹੜਾ ਆਪਣੇ ਮੁਖੋਂ ਕੋਈ ਬੋਲ ਨਹੀਂ ਬੋਲਦਾ। ਕਿਉਂ ਨਹੀਂ ਬੋਲਦਾ? ਕਿਉਂਕਿ ਇਹਨੂੰ ਆਪਣੀ ਅਸਲੀਅਤ ਦੀ ਸਮਝ ਲੱਗ ਚੁੱਕੀ ਹੈ। ਕਦੇ ਇਹੀ ਬੋਲ ਮਲਕ ਭਾਗੋ ਦੇ ਸਤਿਗੁਰਾਂ ਨੇ ਬੰਦ ਕਰਾਏ ਸੀ, ਕਦੇ ਇਹੀ ਬੋਲ ਜਿਹੜੇ ਅੱਜ ਇਹ ਭੰਗਰਨਾਥ ਵਰਗੇ ਜੋਗੀਆਂ ਦੇ ਬੰਦ ਹੋ ਰਹੇ ਨੇ ਕਿ ਜਿਹੜਾ ਦੁਨੀਆ ਨੂੰ ਠੱਗਣ ਵਾਲਾ ਢੰਗ ਹੈ ਇਹ ਰੱਬ ਦੇ ਮਿਲਾਪ ਦਾ ਢੰਗ ਨਹੀਂ, ਦੁਨੀਆ ਨੂੰ ਧੋਖਾ ਦੇਣ ਦਾ ਢੰਗ ਤੇ ਹੋ ਸਕਦਾ ਹੈ। ਹੁਣ ਇਹਨੇ ਆਪਣੇ ਮੁਖੋਂ ਕੁਝ ਨਹੀਂ ਬੋਲਦਾ, ਤੂਸ਼ਣ ਹੋ ਕੇ ਬੈਠਾ ਹੈ ਜੀ। ਲੋਪ ਪਇਓ ਪ੍ਰਗਟਿਓ ਢਿਗ ਗੋਰਖ, ਬੈਠ ਗਇਓ ਨਿਜ ਆਸਣ ਲਾਈ। ਕਵੀ ਜੀ ਲਿਖਦੇ, ਫਿਰ ਅਲੋਪ ਹੋ ਗਿਆ। ਜਿੱਥੇ ਇਹਦਾ ਗੁਰੂ ਗੋਰਖ ਬੈਠਾ ਹੈ ਉਹਦੇ ਕੋਲ ਜਾ ਕੇ ਪ੍ਰਗਟ ਹੁੰਦਾ ਹੈ। ਫਿਰ ਆਪਣੇ ਜਾ ਕੇ ਗੋਰਖ ਗੁਰੂ ਨੂੰ ਆਖਦਾ ਹੈ ਜੀ। ਆਗੇ ਚਲੇ ਤਹ ਤੇ ਗੁਰੂ ਨਾਨਕ, ਹੈ ਬਿਖਰੈ ਗਿਰ ਪੰਥ ਨ ਪਾਈ। ਆਗੇ ਚਲੇ ਤਹ ਤੇ ਗੁਰੂ ਨਾਨਕ, ਹੈ ਬਿਖਰੇ ਗਿਰ ਪੰਥ ਨ ਪਾਈ। ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਜਾ ਰਹੇ ਨੇ, ਉਹਨਾਂ ਦਾ ਕੋਈ ਮਾਰਗ ਰੋਕ ਨਹੀਂ ਸਕਦਾ। ਅਸਲ ਵਿੱਚ ਜਿਸ ਦੇ ਅੰਦਰ ਸੱਚਾਈ ਹੋਵੇ, ਜਾਂ ਜਿਹੜਾ ਸੱਚ ਵਾਸਤੇ ਜਾਂ ਦੁਨੀਆ ਦੇ ਭਲੇ ਵਾਸਤੇ ਚੱਲਿਆ ਹੋਵੇ, ਦੁਨੀਆ ਦੀ ਕੋਈ ਐਸੀ ਦੀਵਾਰ ਨਹੀਂ, ਦੁਨੀਆ ਦਾ ਕੋਈ ਐਸਾ ਪਹਾੜ ਨਹੀਂ, ਦੁਨੀਆ ਦੀ ਕੋਈ ਐਸੀ ਰੁਕਾਵਟ ਨਹੀਂ ਜਿਹੜੀ ਉਹਦਾ ਰਸਤਾ ਰੋਕ ਸਕੇ। ਦੁਨਿਆਵੀ ਤੌਰ ਤੇ ਦੁਨੀਆ ਬੜੇ ਯਤਨ ਕਰਦੀ ਹੈ ਧਰਮੀ ਪੁਰਸ਼ਾਂ ਦੇ ਰਸਤੇ ਬੰਦ ਕਰਨ ਦੇ, ਪਰ ਕਹਿੰਦੇ ਜਿਹੜਾ ਸੱਚ ਵਾਸਤੇ ਚੱਲਦਾ, ਦੁਨੀਆ ਦੇ ਭਲੇ ਵਾਸਤੇ ਚੱਲਦਾ, ਉਹਨੂੰ ਕੁਦਰਤ ਵੀ ਰਾਹ ਦੇ ਦਿੰਦੀ ਹੈ, ਉਹਨਾਂ ਦੀ ਕੁਦਰਤ ਵੀ ਸੇਵਾ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਪਰ ਸੱਪ ਨੇ ਸਾਹ ਕਰਨੀ ਕਿਸ ਗੱਲ ਦਾ ਪ੍ਰਤੀਕ ਹੈ? ਕਿ ਜਿਹੜਾ ਦੁਨੀਆ ਦੇ ਭਲੇ ਵਾਸਤੇ ਆਇਆ ਪਰ ਉਪਕਾਰ ਵਾਸਤੇ ਕਾਰਜ ਕਰ ਰਿਹਾ ਹੈ, ਉਹਦੀ ਸੇਵਾ ਵਿੱਚ ਆ ਕੇ ਜਿਹੜੇ
ਜ਼ਹਿਰ ਉਗਲਣ ਵਾਲੇ ਜਾਨਵਰ ਨੇ ਉਹ ਵੀ ਆਪਣਾ ਸੁਭਾਅ ਤਬਦੀਲ ਕਰ ਲੈਂਦੇ ਨੇ, ਉਹ ਵੀ ਆਪਣਾ ਸੁਭਾਅ ਮੋੜ ਲੈਂਦੇ ਨੇ। ਕਦੇ ਤੁਸੀਂ ਦੇਖੋ ਦਰਖਤਾਂ ਦੀ ਛਾਂ ਰੁਕ ਜਾਣੀ, ਉਹ ਵੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਜਿਹੜਾ ਦੁਨੀਆ ਦਾ ਭਲਾ ਕਰਨ ਆਵੇ, ਜਿਹੜਾ ਦੁਨੀਆ ਦੇ ਦਰਦ ਨੂੰ ਸਮਝੇ, ਉਹਨਾਂ ਵਾਸਤੇ ਇਹ ਕੁਦਰਤ ਵੀ ਰਾਹ ਦੇਣਾ ਸ਼ੁਰੂ ਕਰ ਦਿੰਦੀ, ਉਹਨਾਂ ਦੀ ਮਦਦਗਾਰ ਬਣ ਜਾਂਦੀ ਹੈ। ਕਦੇ ਤੁਸੀਂ ਦੇਖੋ ਰੱਬੀ ਪਿਆਰਿਆਂ ਦੇ ਅੱਗੇ ਕਦੇ ਉਹਨਾਂ ਦੀਆਂ ਬੱਕਰੀਆਂ ਨੂੰ ਸ਼ੇਰ ਜਿਹੜਾ ਨੇ ਇਹ ਚਾਰਦੇ ਨੇ। ਸ੍ਰੀ ਅਨੰਦਪੁਰ ਸਾਹਿਬ ਜੀ ਕੀਰਤਪੁਰ ਦੇ ਸਥਾਨ ਤੇ ਇੱਕ ਸਥਾਨ ਹੈ ਬਾਬਾ ਬੁੱਢਣ ਸ਼ਾਹ ਜੀ ਦਾ, ਕਹਿੰਦੇ ਉਹਦੇ ਸ਼ੇਰ ਬੱਕਰੀਆਂ ਨੂੰ ਚਾਰਦੇ ਸਨ। ਭਾਵੇਂ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹਨਾਂ ਕੋਲ ਆ ਕੇ ਖੂੰਖਾਰ ਜਾਨਵਰ ਵੀ ਜਿਹੜੇ ਨੇ ਕਦੇ ਆਪਣਾ ਸੁਭਾਅ ਜਿਹੜਾ ਉਹ ਬਦਲ ਲੈਂਦੇ ਨੇ। ਰਾਖਸ਼ਾਂ ਦਾ ਸੁਭਾਅ ਚੇਂਜ ਕਰ ਦੇਣਾ, ਰਾਖਸ਼ ਬਿਰਤੀ ਅੰਦਰੋਂ ਕੱਢ ਦੇਣੀ। ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਐਸਾ ਦਾਤਾ। ਕਵੀ ਜੀ ਲਿਖਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਸਤਾ ਰੋਕਣ ਦਾ ਯਤਨ ਕਰਦੇ ਨੇ ਜੋਗੀ। ਉਹਨਾਂ ਨੇ ਹਰ ਹੀਲਾ ਵਰਤਿਆ, ਇੱਕ ਵਾਰੀ ਨਹੀਂ ਕਈ ਵਾਰੀ ਇਹ ਟੋਲੀਆਂ ਬਣਾ ਕੇ ਕਦੇ ਨਾਨਕ ਮੱਤੇ ਦੇ ਸਥਾਨ ਤੇ ਮਿਲਦੇ ਨੇ, ਕਦੇ ਮੁਲਤਾਨ ਵਿੱਚ, ਕਦੇ ਅਚਲ ਬਟਾਲੇ ਦੇ ਸਥਾਨ ਤੇ, ਕਦੇ ਇਹ ਸਤਿਗੁਰੂ ਜੀ ਆਪ ਇਹਨਾਂ ਦੇ ਕੋਲ ਜਾਂਦੇ ਨੇ। ਪਰ ਹਰ ਥਾਂ ਇਹਨਾਂ ਨੂੰ ਇਹੀ ਕਹਿਣਾ ਬਣਦਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਵੀ ਜੀ ਲਿਖਦੇ ਹਨ ਜੀ, ਆਗੇ ਚਲੇ ਤਹ ਤੇ ਗੁਰੂ ਨਾਨਕ, ਹੈ ਬਿਖਰੈ ਗਿਰ ਪੰਥ ਨ ਪਾਈ। ਊਨਾ ਪਹਾਰਿਕ ਜਾਏ ਕੈਸੇ ਕਰ, ਬੈਸ ਗਏ ਸੁਠ ਰੂਪ ਸੁਹਾਈ। ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਜਦੋਂ ਭੰਗਰਨਾਥ ਵਿਦਾ ਹੋਇਆ, ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਮਰਦਾਨਾ ਜੀ ਅੱਗੇ ਜਿਹੜਾ ਊਨਾ ਪਰਬਤ ਹੈ ਉਸ ਉੱਪਰ ਜਾਂਦੇ ਹਨ ਜੀ। ਬੈਠ ਕਟੀ ਤੀਨ ਮੁਸਕਾਨੇ ਹੈ ਪ੍ਰਵੀਨ, ਗੁਰ ਬੂਝੇ ਮਰਦਾਨਾ ਕੈਸੇ ਕੀਨ ਮੁਸਕਾਵਣੋ। ਹੁਣ ਜਦੋਂ ਇਸ ਪਰਬਤ ਦੀ ਚੋਟੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਮਰਦਾਨਾ ਜੀ ਪਹੁੰਚੇ ਨੇ, ਅਸਲ ਵਿੱਚ ਗੁਰੂ ਸਾਹਿਬ ਜੀ ਦੇ ਇੱਥੇ ਜਾਣ ਦਾ ਕਾਰਨ ਵੀ ਜਿਹੜਾ ਉਹਨਾਂ ਨੇ ਸਿੱਧ ਗੋਸ਼ਟ ਬਾਣੀ ਵਿੱਚ ਅੰਕਿਤ ਕੀਤਾ ਉਹੀ ਹੈ ਕਿ ਗੁਰਮੁਖ ਖੋਜਤ ਭਏ ਉਦਾਸੀ। ਅਸੀਂ ਗੁਰਮੁਖਾਂ ਦੀ ਭਾਲ ਵਿੱਚ, ਉਹਨਾਂ ਗੁਰਮੁਖਾਂ ਦੀ ਭਾਲ ਵਾਸਤੇ ਸਾਡਾ ਮਨੋਰਥ ਹੈ, ਤੇ ਸਤਿਗੁਰੂ ਜੀ ਇੱਥੇ ਜਾਣ ਦਾ ਕਾਰਨ ਵੀ ਇਹੀ ਹੈ। ਹੁਣ ਜਦੋਂ ਪਾਤਸ਼ਾਹ ਜੀ ਇੱਥੇ ਗਏ ਨੇ, ਬੈਠ ਘਟੀ ਤਿੰਨ ਘੜੀਆਂ ਬਤੀਤ ਹੋਏ ਨੇ, ਮੁਸਕਾਨੇ ਹੈ ਪ੍ਰਬੀਨ। ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਬੜੇ ਪ੍ਰਸੰਨ ਚਿੱਤ ਹੋਏ ਨੇ, ਮੁਸਕਰਾਏ ਨੇ, ਖੁਸ਼ ਹੁੰਦੇ ਨੇ, ਜਿਨ੍ਹਾਂ ਨੂੰ ਭਾਈ ਮਰਦਾਨਾ ਜੀ ਬੜੇ ਧਿਆਨ ਨਾਲ ਦੇਖਦੇ ਨੇ। ਗੁਰ ਬੂਝੇ ਮਰਦਾਨਾ ਕੈਸੇ ਕੀਨੋ ਮੁਸਕਾਵਨੋ। ਕਹਿੰਦੇ ਹੁਣ ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਕ ਸਵਾਲ ਪੈਦਾ ਹੋਇਆ। ਸਵਾਲ ਕੀ ਹੈ ਕਿ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਦਾ, ਸਤਿਗੁਰੂ ਜੀ ਆਪ ਗੰਭੀਰ ਰਹਿੰਦੇ ਹੋ, ਪਰ ਇੱਥੇ ਮੁਸਕਰਾਉਣ ਦਾ, ਇੱਥੇ ਪ੍ਰਸੰਨ ਹੋਣ ਦਾ ਕਾਰਨ ਭਾਈ ਮਰਦਾਨਾ ਜੀ ਪੁੱਛਦੇ ਹਨ ਜੀ। ਪ੍ਰਭੂ ਬੈਣ ਕਹਿਓ ਜੋਗੀ ਆਵਤੋ ਹੋ ਲਹਿਓ, ਏਕ ਮਾਨ ਮਨ ਦਹਿਓ ਹਸੇ ਦੇਖ ਕਰ ਆਵਣੋ। ਕਵੀ ਜੀ ਲਿਖਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨੇ ਇੱਕ ਜੋਗੀ ਆ ਰਿਹਾ ਹੈ। ਪ੍ਰਭੂ ਬੈਨ ਕਹਿਓ ਜੋਗੀ ਆਵਤੋ, ਕਹਿੰਦੇ ਇੱਕ ਜੋਗੀ ਹੋਰ ਆ ਰਿਹਾ ਹੈ, ਪਰ ਬੜਾ ਹੰਕਾਰ ਵਿੱਚ ਸੜਿਆ ਹੋਇਆ, ਹੰਕਾਰ ਦੇ ਵਿੱਚ ਰਤਿਆ ਹੋਇਆ। ਏਕ ਮਾਨ ਮਨ ਦਹਿਓ, ਕਹਿੰਦੇ ਉਹ ਜਿਹੜਾ ਜੋਗੀ ਹੈ ਉਹ ਮਾਨ ਦੇ ਨਾਲ, ਹੰਕਾਰ ਨਾਲ ਭਰਿਆ ਹੋਇਆ ਹੈ। ਹਸੇ ਦੇਖ ਕਰ ਆਮਨੋ,
ਕਹਿਣ ਲੱਗੇ ਸਾਡੇ ਹੱਸਣ ਦਾ ਕਾਰਨ ਉਸ ਜੋਗੀ ਦਾ ਹੰਕਾਰ ਵਿੱਚ ਆਉਣਾ ਆ। ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਇਸ ਘਰ ਤੇ ਇਕੱਲੇ ਜੋਗੀ ਹੀ ਚੜ ਕੇ ਨਹੀਂ ਆਏ, ਕਦੇ ਹਾਕਮ ਧਿਰਾਂ ਵੀ ਸਮੇਂ ਅਨੁਸਾਰ ਆਈਆਂ ਨੇ। ਕਦੇ ਆਪਾਂ ਦੇਖਦੇ ਸੁਲਹੀ ਖਾਂ ਵੀ ਆਇਆ ਸੀ। ਸ਼ਾਂਤੀ ਦੇ ਪੁੰਜ ਤੇਰਾ ਕੀਆ ਮੀਠਾ ਲਾਗੇ ਦਾ ਉਪਦੇਸ਼ ਦੇਣ ਵਾਲੇ ਦਾਤੇ ਦੇ ਉੱਪਰ ਚੜ ਕੇ ਬੇਸ਼ੱਕ ਕਿਸੇ ਨੇ ਈਰਖਾ ਦੀ ਖਾਤਰ ਲਿਆਂਦਾ, ਪਰ ਮਨ ਵਿੱਚ ਜਿਹੜਾ ਹੰਕਾਰ ਸੀ ਉਹ ਸੱਚ ਨੂੰ ਖਤਮ ਕਰਨ ਦਾ ਸੀ। ਪਰ ਹੋਇਆ ਕੀ ਹੈ, ਗੁਰਬਾਣੀ ਦਾ ਫੈਸਲਾ, ਗੁਰਬਾਣੀ ਵਿੱਚ ਬਚਨ ਆਏ ਨੇ ਕਿ ਸੁਲਹੀ ਜਿਹੜਾ ਸੀ ਉਹ ਨਾਪਾਕ ਹੋ ਕੇ ਮੁਇਆ। ਭਾਵ ਜਿਹੜਾ ਸੱਚ ਦੇ ਉੱਪਰ ਚੜ ਕੇ ਆਵੇਗਾ, ਫੌਜਾਂ ਲੈ ਕੇ ਆਵੇਗਾ, ਉਹ ਜ਼ਿਆਦਾ ਚਿਰ ਟਿਕ ਨਹੀਂ ਸਕਿਆ। ਕਦੇ ਸ਼ਾਹਜਹਾਨ ਨੇ ਵੀ ਦੇਖਿਆ, ਕਦੇ ਔਰੰਗਜ਼ੇਬ ਨੇ ਵੀ ਦੇਖਿਆ। ਉਸ ਤੋਂ ਬਾਅਦ ਸਮੇਂ ਦੀਆਂ ਹਾਕਮ ਸਰਕਾਰਾਂ ਜਿਹੜੀਆਂ ਬਣੀਆਂ, ਕਦੇ ਅਬਦਾਲੀ, ਕਦੇ ਮੱਸਾ ਰੰਗੜ ਵਰਗਾ ਵੀ ਜ਼ੁਲਮ ਕਰਦਾ ਹੈ, ਕਦੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੀ ਕਰਦੀਆਂ। ਬੇਸ਼ੱਕ ਕਈ ਵਾਰੀ ਘੱਲੂਘਾਰੇ ਵੀ ਵਾਪਰਦੇ ਨੇ, ਕਦੇ ਵੱਡਾ ਘੱਲੂਘਾਰਾ, ਕਦੇ ਛੋਟਾ ਘੱਲੂਘਾਰਾ, ਕਦੇ ਸਾਕਾ ਨੀਲਾ ਤਾਰਾ। ਇਹ ਸਮੇਂ ਦੀਆਂ ਸਰਕਾਰਾਂ, ਇਕੱਲੀ ਜੋਗੀਆਂ ਦੀ ਗੱਲ ਨਹੀਂ ਹੈ। ਇਹ ਸੱਚ ਨੂੰ ਦਬਾਉਣ ਦਾ ਯਤਨ ਕਰਦੀਆਂ, ਪਰ ਸੱਚ ਜਿਹੜਾ ਹੈ, ਕਦੇ ਤੁਸੀਂ ਸੋਨੇ ਨੂੰ ਦੇਖੋ, ਜਿਹੜਾ ਸੋਨਾ ਹੁੰਦਾ ਹੈ ਨਾ, ਭਾਈ ਗੁਰਦਾਸ ਜੀ ਲਿਖਦੇ, ਕੰਚਨ ਅਸੁੱਧ ਭ੍ਰਮਤ ਕੋਠਾਲੀ ਵਿਖੇ ਸੁੱਧ ਭਏ ਭ੍ਰਮਤ ਨਾ ਪਾਵਤ ਪ੍ਰਗਾਸ ਹੈ। ਸੋਨਾ ਜਿਹੜਾ ਹੈ ਨਾ, ਜਦੋਂ ਉਹਦਾ ਰੰਗ ਰੂਪ ਜਿਹੜਾ ਹੈ ਉਹਦੇ ਵਿੱਚ ਚਮਕ ਘਟ ਜਾਵੇ, ਸੁਨਿਆਰਾ ਕੀ ਕਰਦਾ, ਉਹਨੂੰ ਕੋਠਾਲੀ ਦੇ ਵਿੱਚ ਪਾ ਕੇ ਫਿਰ ਤਾਹ ਦਿੰਦਾ ਆ, ਉਹਨੂੰ ਗਰਮ ਕਰਦਾ ਆ, ਉਹਨੂੰ ਸਾੜਨ ਦਾ ਯਤਨ ਕਰਦਾ ਆ। ਪਰ ਅਸਲ ਵਿੱਚ ਭੁਲੇਖਾ ਹੁੰਦਾ ਆ ਸਾਡੇ ਵਰਗਿਆਂ ਦੇ ਮਨ ਵਿੱਚ। ਸੁਨਿਆਰੇ ਨੂੰ ਪਤਾ ਹੈ ਕਿ ਸੋਨਾ ਕਦੇ ਸੜਦਾ ਨਹੀਂ ਹੈ, ਜਿਹੜੀ ਮੈਲ ਹੈ, ਜਿਹੜੀ ਖੋਟ ਹੈ, ਇਹ ਸੜਦੀ ਹੈ। ਕਹਿੰਦੇ ਇਸੇ ਤਰ੍ਹਾਂ ਕੰਚਨ ਅਸੁੱਧ ਭ੍ਰਮਤ ਕੋਠਾਲੀ ਵਿਖੇ ਸੁੱਧ ਭਏ ਭ੍ਰਮਤ ਨਾ ਪਾਵਤ ਪ੍ਰਗਾਸ ਹੈ। ਕਹਿੰਦੇ ਜਦੋਂ ਉਹਨੂੰ ਤਾਹ ਦਿੰਦਾ ਹੈ, ਸੋਨਾ ਜਦੋਂ ਬਣਾਉਣ ਦਾ ਯਤਨ ਕਰਦਾ, ਜੋ ਚੋਂ ਖੋਟ ਕੱਢਣੀ ਹੁੰਦੀ ਹੈ, ਫਿਰ ਉਹਨੂੰ ਅੱਗ ਤੇ ਰੱਖਿਆ ਜਾਂਦਾ ਹੈ। ਫਿਰ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਚਮਕਦਾ ਹੈ। ਭ੍ਰਮਤ ਨਾ ਪਾਵਤ ਪ੍ਰਗਾਸ, ਫਿਰ ਉਹ ਭਟਕਦਾ ਨਹੀਂ ਹੈ। ਸੋਨਾ ਭਟਕਦਾ ਕਿੰਨਾ ਚਿਰ ਆ, ਜਿੰਨਾ ਚਿਰ ਉਹਦੇ ਵਿੱਚ ਮੈਲ ਹੈ, ਖੋਟ ਹੈ। ਪਰ ਜਦੋਂ ਕਹਿੰਦੇ ਉਹਦੀ ਖੋਟ ਨਿਕਲ ਜਾਂਦੀ ਹੈ, ਉਹ ਟਿਕ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਸੱਚ ਦੇ ਮਾਰਗ ਦੇ ਪਾਂਦੀ ਹੁੰਦੇ ਨੇ, ਉਹਨਾਂ ਦਾ ਜੀਵਨ ਵੀ ਸੋਨੇ ਵਰਗਾ ਆ। ਕਦੇ ਸਮੇਂ ਦੀਆਂ ਹਕੂਮਤਾਂ ਤੱਤੀ ਤਵੀ ਤੇ ਤਾ ਕੇ ਦੇਖਦੀਆਂ ਨੇ, ਕਦੇ ਦੇਗਾਂ ਦੇ ਵਿੱਚ ਉਬਾਲ ਕੇ ਦੇਖਣ ਦਾ ਯਤਨ ਕਰਦੀਆਂ ਨੇ, ਕਦੇ ਰੂਹ ਵਿੱਚ ਬੰਨ੍ਹ ਕੇ ਸਾੜਦੀਆਂ ਨੇ, ਕਦੇ ਉਹੀ ਹਕੂਮਤਾਂ ਚਰਖੜੀਆਂ ਤੇ ਚਾੜ ਕੇ ਦੇਖਦੀਆਂ ਨੇ, ਕਦੇ ਖੋਪਰੀ ਉਤਾਰ ਕੇ ਦੇਖਦੀਆਂ ਨੇ, ਕਦੇ ਫਿਰ ਨੀਹਾਂ ਵਿੱਚ ਚਿਣ ਦਾ ਯਤਨ ਕਰਦੀਆਂ ਨੇ, ਕਦੇ ਜੰਬੂਰਾਂ ਦੇ ਨਾਲ ਮਾਸ ਖਿੱਚਦੀਆਂ ਨੇ। ਪਰ ਜਿਉਂ-ਜਿਉਂ ਇਹੋ ਜਿਹੇ ਜ਼ੁਲਮ ਕਰਦੀਆਂ ਨੇ, ਤਿਉਂ-ਤਿਉਂ ਸੋਨੇ ਦੀ ਨਿਆਈ ਪੰਥ ਦੇ ਬੋਲ ਬਾਲੇ ਹੁੰਦੇ ਨੇ। ਇਹ ਜੋਗੀ ਜਦੋਂ ਸਤਿਗੁਰਾਂ ਤੇ ਚੜ ਕੇ ਆਇਆ, ਪਾਤਸ਼ਾਹ ਜੀ ਹੱਸੇ ਨੇ। ਭਾਈ ਮਰਦਾਨਾ ਜੀ ਨੂੰ ਦੱਸਦੇ ਨੇ, ਕਵੀ ਜੀ ਲਿਖਦੇ ਹਨ ਜੀ, ਭੇਜਤ ਚੜਤ ਕਰ ਗੋਰਖ ਜੋ ਹਮ ਪਰ, ਮਤ ਸਾਰ ਉਰ ਤਰ ਹੋਏ ਨਾ ਲਜਾਵਣੋ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਨਾ, ਭਾਈ ਮਰਦਾਨੇ ਇੱਕ ਜੋਗੀ ਹੋਰ ਚੜ ਕੇ ਆ ਰਿਹਾ ਹੈ, ਕਹਿੰਦੇ ਭਾਈ ਮਰਦਾਨਾ ਜੀ ਗੁੱਸੇ ਵਿੱਚ ਆ ਜਾਂਦੇ ਨੇ। ਗੁੱਸੇ ਵਿੱਚ ਆਉਣ ਦਾ ਕਈ ਵਾਰੀ ਕਾਰਨ ਨਾ ਸਾਨੂੰ ਦੁਨਿਆਵੀ ਤੌਰ ਤੇ ਸਹੀ ਵੀ ਲੱਗਦਾ ਆ। ਕਿਉਂ ਲੱਗਦਾ ਹੈ? ਭਾਈ ਮਰਦਾਨਾ ਜੀ ਕਹਿਣ ਲੱਗੇ, ਭੇਜਤ ਚੜਤ ਕਰ ਗੋਰਖ ਜੋ ਹਮ ਪਰ, ਕਹਿੰਦੇ ਮਤਸਰ ਉਰ ਧਰ ਹੋਏ ਨਾ ਲਜਾਵਨ। ਕਹਿੰਦੇ ਜੋਗੀ ਬਾਰ-ਬਾਰ ਸਤਿਗੁਰੂ ਜੀ ਸਾਡੇ ਤੇ ਚੜ ਕੇ ਆਉਂਦੇ ਨੇ, ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ, ਨਾ ਅਸੀਂ ਉਹਨਾਂ ਦਾ ਰਸਤਾ ਰੋਕਦੇ ਹਾਂ, ਨਾ ਅਸੀਂ ਉਹਨਾਂ ਨੂੰ ਤੰਗ ਕਰਦੇ ਹਾਂ, ਨਾ ਅਸੀਂ ਉਹਨਾਂ ਨੂੰ ਕੋਈ ਪਰੇਸ਼ਾਨ ਕਰਦੇ ਹਾਂ। ਜੋਗੀ ਸਾਡੇ ਤੇ ਬਾਰ-ਬਾਰ ਆ ਕੇ ਇਹੋ ਜਿਹੇ ਸਵਾਲ ਕਰ ਰਹੇ ਨੇ।
ਈਰਖਾ ਦੀ ਖਾਤਰ। ਮਤ ਸਰ ਉਰ ਧਰ ਹੋਏ ਨਾ ਲਜਾਵਨ। ਕਹਿੰਦੇ ਇਹ ਲੱਜਾ ਵੀ ਨਹੀਂ ਆਉਂਦੀ ਵੀ ਸਾਡਾ ਕੋਈ ਕਸੂਰ ਹੋਵੇ, ਕੋਈ ਸਾਨੂੰ ਸਜ਼ਾ ਦੇਵੇ ਜਾਂ ਸਾਡੇ ਨਾਲ ਕੋਈ ਝਗੜਾ ਪੈਦਾ ਕਰੇ, ਗੱਲ ਸਮਝ ਆਉਂਦੀ ਹੈ। ਪਰ ਕਹਿੰਦੇ ਸਾਡੇ ਨਾਲ ਕੋਈ ਝਗੜਾ ਨਹੀਂ, ਕੋਈ ਕਸੂਰ ਨਹੀਂ, ਫਿਰ ਪਾਤਸ਼ਾਹ ਜੀ ਇਹਨਾਂ ਦੇ ਅੰਦਰ ਨਫ਼ਰਤ ਕਿਉਂ ਹੈ? ਅਸਲ ਵਿੱਚ ਇਹਨਾਂ ਦਾ ਜਿਹੜਾ ਮਾਣ ਸੀ ਉਹਨੂੰ ਸੱਟ ਵੱਜ ਰਹੀ ਸੀ, ਜਾਂ ਕਹਿ ਲਈਏ ਜਿਹੜੀਆਂ ਇਹ ਗੱਦੀਆਂ ਬਣਾ ਕੇ ਦੁਨੀਆ ਨੂੰ ਠੱਗ ਰਹੇ ਸਨ, ਇਹਨਾਂ ਦਾ ਭਾਜ ਉਗੜਦਾ ਪਿਆ ਸੀ। ਹੁਣ ਉਹ ਜਿਹੜਾ ਭਾਜ ਉਗੜਨਾ ਕਹਿੰਦਾ, ਉਹਦੇ ਤੋਂ ਉਹਨੂੰ ਡਰ ਲੱਗਦਾ ਆ। ਕਿਸੇ ਦਾ ਭਾਜ ਉਗੜੇ ਨਾ, ਉਹ ਹਰ ਯਤਨ ਕਰਦਾ ਕਿ ਕਿਸੇ ਤਰ੍ਹਾਂ ਮੇਰੇ ਪਾਪਾਂ ਤੇ, ਮੇਰੇ ਕਰਮਾਂ, ਮਾੜੇ ਕਰਮਾਂ ਤੇ ਪੜਦਾ ਪਿਆ ਰਵੇ। ਚੰਗਾ ਕੰਮ ਥੋੜਾ ਜਿਹਾ ਹੁੰਦਾ, ਮਨੁੱਖ ਵੱਡਾ ਬਣਾ ਕੇ ਦੱਸਦਾ ਹੈ, ਪਰ ਮਾੜੇ ਕੰਮ ਨੂੰ ਉਹ ਪ੍ਰਗਟ ਕਰਨ ਦਾ ਯਤਨ ਨਹੀਂ ਕਰਦਾ। ਕਵੀ ਜੀ ਲਿਖਦੇ, ਭਾਈ ਮਰਦਾਨਾ ਜੀ ਕਹਿਣ ਲੱਗੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੂੰ ਲਾਜ ਨਹੀਂ ਆਉਂਦੀ, ਇਹ ਸਾਡੇ ਤੇ ਬਾਰ-ਬਾਰ ਚੜ੍ਹ ਕੇ ਆ ਰਹੇ ਨੇ। ਇਸ ਤਰ੍ਹਾਂ ਭਾਈ ਮਰਦਾਨਾ ਜੀ ਆਖਦੇ ਹਨ ਜੀ, ਕਹੇ ਮਰਦਾਨਾ ਜਾਂ ਕੁਮਾਰੇ ਗਾਟੇ ਕਰ, ਨੈਕ ਮੋਕੋ ਕੀਜੈ ਨਿਚ ਆਇਸ ਅਲਾਵਣੋ। ਭਾਈ ਮਰਦਾਨਾ ਜੀ ਨਾ ਵੀਰ ਰਸ ਵਿੱਚ ਆ ਗਏ, ਜਾਂ ਕਹਿ ਲਈਏ, ਕਹਿੰਦੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹੇ ਮਰਦਾਨਾ ਜਾ ਕੋ ਮਾਰੋ ਚੱਡੇ ਗਾਟ ਕਰ। ਕਹਿੰਦੇ ਇਹਨੂੰ ਮੈਂ ਚੁੱਕ ਕੇ ਥੱਲੇ ਪਟਕਾਂ, ਕਿਉਂਕਿ ਜਦੋਂ ਬਾਰ-ਬਾਰ ਕਿਸੇ ਤੇ ਕੋਈ ਚੜ੍ਹਾਈ ਕਰੇਗਾ ਬਿਨਾਂ ਕਸੂਰ ਤੋਂ, ਇੱਕ ਦਿਨ ਅੱਕਿਆ ਹੋਇਆ ਉਹਦੇ ਜ਼ਰੂਰ ਮੁਕਾਬਲਾ ਵੀ ਕਰੇਗਾ, ਫਿਰ ਉਹ ਆਪਣਾ ਤਨ ਮਨ ਨਿਸ਼ਾਵਰ ਵੀ ਕਰ ਦੇਵੇਗਾ। ਹੁਣ ਭਾਈ ਮਰਦਾਨਾ ਗੁਰੂ ਜੀ ਦੇ ਚਰਨਾਂ ਦਾ ਸੇਵਕ ਹੈ, ਬਾਰ-ਬਾਰ ਇਹ ਹੰਕਾਰ ਵਸ ਹੋ ਕੇ ਵਿਚਾਰ ਕਰਨ ਆਉਂਦੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਤੁਹਾਡਾ ਹੁਕਮ ਹੋਵੇ। ਵੇਖੋ ਜਿਹੜੇ ਰੱਬੀ ਪਿਆਰੇ ਹੁੰਦੇ ਨੇ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਤੀ ਤਵੀ ਤੇ ਬਿਠਾਇਆ ਨਾ, ਗਰਮ ਰੇਤਾ ਸੀਸ ਵਿੱਚ ਪਾਈ, ਉਸ ਸਮੇਂ ਸਾਈਂ ਮੀਆਂ ਮੀਰ ਜੀ ਨੇ ਇੱਕ ਗੱਲ ਕਹੀ ਸੀ ਕਿ ਪਾਤਸ਼ਾਹ ਜੇ ਤੂੰ ਇੱਕ ਹੁਕਮ ਕਰ ਦਵੇਂ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂ। ਪਾਤਸ਼ਾਹ ਨੇ ਕਿਹਾ ਸੀ ਅਜਰ ਨੂੰ ਜਰਨਾ ਚਾਹੀਦਾ ਹੈ। ਅਸੀਂ ਸ਼ਾਂਤ ਹਾਂ ਪਰਮੇਸ਼ਰ ਦੇ ਨਾਮ ਨਾਲ, ਅਸੀਂ ਇਸ ਤਵੀ ਤੇ ਬੈਠ ਕੇ ਵੀ ਉਸ ਰੱਬ ਦੀ ਬੰਦਗੀ ਕਰ ਰਹੇ ਹਾਂ। ਸਾਡੇ ਮੂੰਹੋਂ ਇਹੀ ਬਚਨ ਨਿਕਲਦੇ ਨੇ ਕਿ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਕ੍ਰੋਧ ਨਹੀਂ ਹੈ। ਹੁਣ ਇੱਥੇ ਸਤਿਗੁਰੂ ਜੀ ਨੂੰ ਜਦੋਂ ਇਹ ਗੱਲ ਕਹੀ, ਭਾਈ ਮਰਦਾਨੇ ਨੇ ਕਹਿੰਦੇ, ਨੈਕ ਮੋਕੋ ਕੀਜਾ ਨਿਜ ਆਇਸ ਅਲਾਵਨੋ। ਪਾਤਸ਼ਾਹ ਜੀ ਮੈਨੂੰ ਇੱਕ ਵਾਰੀ ਆਗਿਆ ਦੇ ਦਿਓ। ਭਾਈ ਮਰਦਾਨਾ ਜੀ ਆਖਦੇ, ਐ ਸਤਿਗੁਰੂ ਜੀ ਇੱਕ ਵਾਰੀ ਆਗਿਆ ਦੇ ਦਿਓ, ਇਹਨਾਂ ਜੋਗੀਆਂ ਨੂੰ ਮੈਂ ਸਜ਼ਾਵਾਂ ਦੇਵਾਂਗਾ। ਦੇਖੋ ਕਈ ਵਾਰੀ ਇਹੋ ਜਿਹੀ ਸਥਿਤੀ ਬਣ ਜਾਂਦੀ, ਕੋਈ ਮੂੰਹ ਨਾਲ ਨਾ ਸਮਝੇ, ਸਾਰੇ ਹੀਲੇ ਖਤਮ ਹੋ ਜਾਣ, ਉੱਥੇ ਫਿਰ ਹੱਥ ਤਲਵਾਰ ਤੇ ਜਾਵੇ, ਉੱਥੇ ਫਿਰ ਹੱਥ ਜੰਗ ਨੂੰ ਤਿਆਰ ਹੋ ਜਾਵੇ। ਇਹਨੂੰ ਧਰਮ ਮੰਨਿਆ ਗਿਆ, ਪਰ ਉਹ ਸਾਰੇ ਹੀਲੇ ਖਤਮ ਹੋਣ ਤੋਂ ਬਾਅਦ ਦੀ ਗੱਲ ਹੈ ਕਿ ਜਦੋਂ ਮੂੰਹ ਨਾਲ ਸਮਝਾਉਣ ਦੇ ਸਾਰੇ ਰਸਤੇ ਬੰਦ ਹੋ ਜਾਣ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਉਹ ਕਵੀ ਜੀ ਲਿਖਦੇ ਹਨ ਜੀ, ਲੈਣ ਦੇਣ ਇਨ ਕੋ ਨਹੀਂ, ਆਵਤ ਰੋਸ ਵਡਾਏ। ਅਜੇ ਭਾਈ ਮਰਦਾਨਾ ਜੀ ਆਖ ਰਹੇ ਨੇ, ਸਤਿਗੁਰੂ ਜੀ ਸਾਡਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਆਵਤ ਰੋਸ ਵਡਾਏ, ਇਹ ਬਾਰ-ਬਾਰ ਸਾਡੇ ਤੇ ਮਾਨ ਵਧਾ ਕੇ ਹੰਕਾਰ ਕਰਕੇ ਆ ਰਹੇ ਨੇ। ਸਤਿਗੁਰੂ ਜੀ ਜਦੋਂ ਸਾਡਾ ਇਹਨਾਂ ਦਾ ਦੂਰ ਦਾ ਕੋਈ ਸੰਬੰਧ ਨਹੀਂ, ਕੋਈ ਲੈਣ ਦੇਣ ਨਹੀਂ, ਫਿਰ ਵੀ ਇਹ ਸਾਡੇ ਤੇ ਆ ਕੇ ਰੋਹ ਪਾਉਣ, ਪਾਤਸ਼ਾਹ ਜੀ ਮੇਰੇ ਕੋਲ ਜਰਿਆ ਨਹੀਂ ਜਾਂਦਾ। ਭਾਈ ਮਰਦਾਨਾ ਜੀ ਆਖਦੇ ਹਨ ਜੀ, ਇੱਕ ਕੋ ਜਬ ਹੀ ਮਾਰ ਹਉ, ਸਭ ਹੀ ਕੋ ਮਤ ਆਏ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜਦੋਂ ਮੈਂ ਇੱਕ ਨੂੰ ਮਾਰਾਂਗਾ,
ਜਿਹੜੇ ਦੂਸਰੇ ਨੇ ਉਹਨਾਂ ਨੂੰ ਵੀ ਮੱਤ ਆ ਜਾਵੇਗੀ। ਇਸ ਤਰ੍ਹਾਂ ਭਾਈ ਮਰਦਾਨਾ ਜੀ ਵੀਰ ਰਸ ਵਿੱਚ ਆ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਆਗਿਆ ਮੰਗਦੇ ਹਨ ਜੀ। ਗਰੂ ਗਰਭ ਗਵਾਰ ਗੁਣੈ ਨ ਆਪ ਸਮਾਨ ਕੋ। ਹੁਣ ਸਤਿਗੁਰੂ ਜੀ ਕਹਿਣ ਲੱਗੇ, ਕਵੀ ਜੀ ਲਿਖਦੇ, ਗੁਰੂ ਗਰਭ ਗਵਾਰ ਗੁਣੇ ਨ ਆਪ ਸਮਾਨ ਕੋ। ਪਾਤਸ਼ਾਹ ਕਹਿਣ ਲੱਗੇ ਇਹਨਾਂ ਦੇ ਅੰਦਰ ਵੱਡਾ ਹੰਕਾਰ ਆ। ਇਹਨਾਂ ਦੇ ਅੰਦਰ ਇੰਨਾ ਹੰਕਾਰ, ਭਾਈ ਮਰਦਾਨਾ ਜੀ ਕਹਿੰਦੇ ਇੰਨਾ ਵੱਡਾ ਗਵਾਰ, ਗਵਾਰ ਹੁੰਦਾ ਹੈ ਪਾਗਲ, ਮੂਰਖ ਹੈ। ਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ, ਕਹਿੰਦੇ ਇੰਨੇ ਮੂਰਖ ਨੇ, ਇੰਨੇ ਗਵਾਰ ਨੇ, ਇਹ ਅਸਲ ਵਿੱਚ ਸਾਡੇ ਤੇ ਬਾਰ-ਬਾਰ ਆ ਕੇ ਚੜ੍ਹਾਈ ਕਰਦੇ ਨੇ। ਜਦੋਂ ਅਸੀਂ ਇਹਨਾਂ ਨੂੰ ਦੁੱਖ ਹੀ ਨਹੀਂ ਦਿੰਦੇ, ਕੋਈ ਤੰਗ ਹੀ ਨਹੀਂ ਕਰਦੇ, ਫਿਰ ਕਹਿੰਦੇ ਚੜ੍ਹਾਈ ਕਰਨਾ ਇਹਨਾਂ ਦਾ ਗਲਤ ਹੈ। ਗੁਣੇ ਨਾ ਆਪ ਸਮਾਨ ਕੋ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਂ ਦੇਖਿਆ ਇਹਨਾਂ ਦੇ ਕੋਲ ਇੰਨੇ ਗੁਣ ਨਹੀਂ, ਗੁਣਾਂ ਦੇ ਵਿੱਚ ਤੁਹਾਡੀ ਬਰਾਬਰਤਾ ਨਹੀਂ ਕਰ ਸਕਦੇ, ਜਾਂ ਕਹਿ ਲਈਏ ਗੁਣਾਂ ਦੇ ਵਿੱਚ ਤੇ ਤੁਹਾਡੇ ਕੋਲੋਂ ਹਾਰ ਜਾਂਦੇ ਨੇ, ਪਰ ਫਿਰ ਵੀ ਬਾਰ-ਬਾਰ ਆਉਂਦੇ ਨੇ। ਇਹ ਭਾਈ ਮਰਦਾਨਾ ਜੀ ਆਖਦੇ ਹਨ ਜੀ। ਦੀਜੈ ਸਕਲ ਬਿਦਾਰ ਬਹੁਰ ਨ ਬੈਨ ਬਖਾਨ ਕੋ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜੇ ਤੁਸੀਂ ਆਗਿਆ ਦਿਓ, ਇਹ ਜਿਹੜੇ ਬਾਰ-ਬਾਰ ਆਉਂਦੇ ਨੇ ਵਿਚਾਰ ਕਰਨ ਵਾਸਤੇ, ਕ੍ਰੋਧ ਭਰੇ ਬਚਨ ਆਖਦੇ ਨੇ, ਇੱਕ ਵਾਰੀ ਆਗਿਆ ਦੇ ਦਿਓ। ਇਹਨਾਂ ਦਾ ਜਿਹੜਾ ਮੁੱਖ ਆ, ਕਹਿੰਦੇ ਦੀਜੇ ਸਕਲ ਬਿਦਾਰ, ਇਹਨਾਂ ਦਾ ਮੂੰਹ ਜਿਹੜਾ ਹੱਥ ਤੋੜ ਦਿਆਂ, ਜਾਂ ਇਹਨਾਂ ਦਾ ਮੂੰਹ ਐਸਾ ਜਿਹਾ ਭੰਨ ਦਿਆਂ ਕਿ ਇਹ ਬਾਰ-ਬਾਰ ਬੈਨ ਬਖਾਨ ਕੋ, ਇਹ ਮੁੜ ਕੇ ਬਚਨ ਨਾ ਕਰ ਸਕਣ, ਭਾਵ ਹੰਕਾਰ ਦੇ ਬੋਲ ਨਾ ਬੋਲ ਸਕਣ। ਮੂੰਹ ਤੋੜਨ ਤੋਂ ਭਾਵ ਕੀ ਹੈ? ਇੱਥੇ ਨਹੀਂ ਕਿ ਭਾਈ ਗੁਰਮਤਿ ਦੋ ਤਰ੍ਹਾਂ ਦੇ ਨਾਲ ਇਸ ਗੱਲ ਨੂੰ ਦੇਖਦੀ ਹੈ। ਧੰਨ ਭਗਤ ਕਬੀਰ ਜੀ ਆਖਦੇ ਨੇ, ਕਿ ਜ਼ਿਕਰ ਕੀਤਾ ਉਹਨਾਂ ਨੇ, ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਮੂੰਹ ਗੂੰਗਾ ਹੋਣ ਦਾ ਭਾਵ ਕੀ ਹੈ? ਇਹ ਨਹੀਂ ਹੈ ਕਿ ਉਹਦੇ ਮੂੰਹ ਤੇ ਕੋਈ ਚੇਪੀ ਲਾ ਦਿੱਤੀ, ਜਾਂ ਕੋਈ ਇਹੋ ਜਿਹਾ ਉਹਨੂੰ ਦੁੱਖ ਦੇ ਦਿੱਤਾ ਕਿ ਉਹ ਮੂੰਹ ਗੂੰਗਾ ਹੋ ਗਿਆ, ਹੁਣ ਬੋਲਣ ਜੋਗਾ ਨਹੀਂ ਰਿਹਾ। ਅਸਲ ਵਿੱਚ ਜਿਹੜੇ ਰੱਬੀ ਪਿਆਰੇ ਹੁੰਦੇ ਨੇ ਨਾ, ਜਿੱਥੇ ਮਨੁੱਖ ਹੰਕਾਰ ਦੇ ਬੋਲ ਬੋਲਦਾ ਆ, ਮੂੰਹ ਤੇ ਇਹੀ ਹੈ, ਇਹੀ ਮੂੰਹ ਨਫ਼ਰਤ ਦੇ ਬੋਲ ਬੋਲਦਾ, ਇਹੀ ਮੂੰਹ ਜਿਹੜਾ ਪਿਆਰ ਦੇ ਬੋਲ ਬੋਲਦਾ। ਭਗਤ ਕਬੀਰ ਜੀ ਆਖਦੇ, ਜਦੋਂ ਗੁਰੂ ਦੀ ਸੰਗਤ ਮਿਲਦੀ, ਪੂਰੇ ਗੁਰੂ ਦਾ ਉਪਦੇਸ਼ ਮਿਲਦਾ ਹੈ, ਜਦੋਂ ਸੱਚੇ ਗੁਰੂ ਦੀ ਮੱਤ ਮਿਲੇ, ਫਿਰ ਜੀਵਨ ਦੇ ਵਿੱਚ ਮੂੰਹ ਗੂੰਗਾ ਹੁੰਦਾ ਆ। ਪਰ ਕਿਸ ਪੱਖੋਂ? ਨਿੰਦਿਆ ਕਰਨ ਪੱਖੋਂ, ਕਿਸੇ ਨੂੰ ਰੁੱਖੇ ਬੋਲ ਬੋਲਣ ਪੱਖੋਂ, ਕਿਸੇ ਦਾ ਦਿਲ ਦਿਖਾਉਣ ਪੱਖੋਂ ਗੂੰਗਾ ਹੁੰਦਾ ਆ। ਇਹ ਨਹੀਂ ਕਿ ਉਹਦੇ ਕੋਲ ਤਾਕਤ ਨਹੀਂ ਰਹਿ ਜਾਂਦੀ, ਜਾਂ ਉਹਦਾ ਮੂੰਹ ਦੇ ਕੋਈ ਇਹੋ ਜਿਹਾ ਰੋਗ ਲੱਗ ਜਾਂਦਾ, ਜਾਂ ਕੋਈ ਇਹੋ ਜਿਹੇ ਢੰਗ ਨਾਲ ਉਹਨੂੰ ਮਾਰਿਆ ਜਾਂਦਾ, ਨਹੀਂ। ਭਾਵੇਂ ਕਿ ਉਹ ਮੂੰਹ ਜਿਹੜਾ ਹੁਣ ਰੱਬੀ ਕੀਰਤੀ ਕਰਦਾ ਆ, ਉਹ ਮੂੰਹ ਹੁਣ ਧੰਤਾ ਦੇ ਯੋਗ ਬਣ ਜਾਂਦਾ ਕਿ ਕਬੀਰ ਸੋ ਮੁਖ ਧਨ ਹੈ, ਉਹ ਮੁਖ ਧੰਤਾ ਦੇ ਯੋਗ ਹੋ ਜਾਂਦਾ ਹੈ। ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ। ਇਹ ਜਿਹੜਾ ਮੂੰਹ ਨਿੰਦਿਆ ਕਰਦਾ ਸੀ, ਚੁਗਲੀ ਕਰਦਾ ਸੀ, ਮਾੜੇ ਬੋਲ ਬੋਲਦਾ ਸੀ, ਉਸ ਪਾਸਿਓਂ ਗੂੰਗਾ ਹੋ ਜਾਂਦਾ। ਕੰਨ ਜਿਹੜੇ ਨੇ ਬੋਲੇ ਹੋ ਜਾਂਦੇ ਨੇ। ਕੰਨਾਂ ਬੋਲਿਆਂ ਤੋਂ ਭਾਵੇਂ ਨਹੀਂ ਕਿ ਕੰਨਾਂ ਦੇ ਵਿੱਚ ਕੋਈ ਉਹਨਾਂ ਲੋਕਾਂ ਵਾਂਗੂ ਨਹੀਂ ਜਿਹੜੇ ਜਾਤ ਪਾਤ ਦਾ ਵਿਰੋਧ ਉਹਦੇ ਪੱਖ ਵਿੱਚ ਸਨ, ਕਿ ਜਿਹੜਾ ਕੋਈ ਨੀਵੀਂ ਜਾਤ ਉਹਦੇ ਕੰਨਾਂ ਵਿੱਚ ਸਿੱਕਾ ਘੋਲ ਕੇ ਪਾ ਦੇਣਾ, ਉਹਨੂੰ ਕੋਈ ਇਹੋ ਜਿਹਾ ਰੋਗ ਲਾ ਦੇਣਾ, ਇਹ ਉਹ ਵਾਲੀ ਗੱਲ ਨਹੀਂ। ਇੱਥੇ ਕੰਨ ਬਹਿਰਿਆਂ ਤੋਂ ਭਾਵ ਹੈ ਕਿ ਉਹ ਕਿਸੇ ਦੀ ਨਿੰਦਿਆ ਨਹੀਂ ਸੁਣਦੇ, ਮਾੜਾ ਨਹੀਂ ਸੁਣਦੇ। ਉਹਨਾਂ ਦੇ ਕੰਨ ਇਹ ਸੁਣਦੇ ਨੇ ਕਿ ਇਹ ਸਰਵਣੋਂ ਮੇਰੇ ਹੋ, ਸੱਚ ਸੁਣਨੇ ਨੋ ਪਠਾਏ, ਸੱਚ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ। ਸਤ ਬਾਣੀ ਨੂੰ ਸੁਣਦੇ ਨੇ। ਉਹਨਾਂ ਦੇ ਕੰਨ ਜਿਹੜੇ ਨੇ ਉਹ ਮਾੜੀਆਂ ਗੱਲਾਂ ਨਹੀਂ ਸੁਣਦੇ, ਨਫ਼ਰਤ ਦੀ ਗੱਲ ਨਹੀਂ ਸੁਣਦੇ, ਈਰਖਾ ਦੀ ਨਹੀਂ ਸੁਣਦੇ। ਉਹ ਸੁਣਦੇ ਨੇ ਤੇ ਭਲੇ ਦੀਆਂ ਵਿਚਾਰਾਂ ਸੁਣਦੇ ਨੇ। ਉਹ ਸੁਣਦੇ ਨੇ ਤੇ ਪਰਉਪਕਾਰ ਵਾਸਤੇ ਚੱਲਣ ਲਈ ਸੁਣਦੇ ਨੇ। ਇਹਨਾਂ ਕੰਨਾਂ ਦਾ ਸੁਣਨਾ ਬਦਲ ਗਿਆ।
ਜਿੱਥੇ ਪਹਿਲੋਂ ਸਾਡਾ ਮੂੰਹ ਕਿਸੇ ਦੀ ਨਿੰਦਿਆ ਕਰਨ ਲੱਗਾ ਮਿੰਟ ਨਹੀਂ ਸੀ ਲਾਉਂਦਾ, ਹੁਣ ਉਹ ਨਿੰਦਿਆ ਨਹੀਂ, ਹੁਣ ਤੇ ਭਾਈ ਰੱਬੀ ਕੀਰਤੀ ਕਰਦਾ ਹੈ। ਉੱਥੇ ਕੰਨ ਜਿਹੜੇ ਨੇ ਪਰਮੇਸ਼ਰ ਦੀ ਕੀਰਤੀ ਨੂੰ ਸੁਣਦੇ ਨੇ। ਪਾਵੋਂ ਤੇ ਪਿੰਗਲ ਭਇਆ। ਹੁਣ ਪਿੰਗਲਾ ਕਿਹਨੂੰ ਕਹਿੰਦੇ ਨੇ? ਜਿਹਦੇ ਕੋਲੋਂ ਲੱਤਾਂ ਤੋਂ ਚੱਲਿਆ ਨਾ ਜਾਵੇ। ਕਹਿੰਦੇ ਹੁਣ ਲੱਤਾਂ ਤੋਂ ਪਿੰਗਲਾ ਹੋ ਗਿਆ। ਪਿੰਗਲੇ ਤੋਂ ਭਾਵ ਇਹ ਨਹੀਂ ਕਿ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਨੇ, ਜਾਂ ਉਹਦੀਆਂ ਲੱਤਾਂ ਜਿਹੜੀਆਂ ਨੇ ਇਸ ਢੰਗ ਦੇ ਨਾਲ ਦੁੱਖ ਦਿੱਤਾ ਗਿਆ ਕਿ ਉਹਦੀਆਂ ਲੱਤਾਂ ਕੰਮ ਕਰਨੋਂ ਹਟ ਜਾਣ। ਨਹੀਂ, ਉਹ ਲੱਤਾਂ ਕੰਮ ਤੇ ਕਰਦੀਆਂ ਨੇ, ਪਰ ਹੁਣ ਲੱਤਾਂ ਜਿਹੜੀਆਂ ਮਾੜੇ ਪਾਸੇ ਚੱਲ ਕੇ ਜਾਂਦੀਆਂ ਸੀ, ਜਿਨ੍ਹਾਂ ਲੱਤਾਂ ਦੇ ਨਾਲ ਕਿਸੇ ਨੂੰ ਦੁੱਖ ਪਹੁੰਚਦਾ ਸੀ, ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਉਸ ਪਾਸੇ ਜਾਣੋਂ ਹਟ ਗਈਆਂ। ਇਹ ਜਿਹੜੀਆਂ ਲੱਤਾਂ, ਇਹ ਜਿਹੜੇ ਸਾਡੇ ਹੱਥ ਪੈਰ ਨੇ, ਮਿਥਿਆ ਹਸਤ ਪਰ ਦਰਬ ਕੋ ਹਿਰੇ, ਇਹ ਹੱਥ ਉਸ ਪਾਸਿਓਂ ਹਟ ਜਾਂਦੇ ਨੇ। ਇਹ ਹੱਥ ਫਿਰ ਪਰ ਉਪਕਾਰ ਨੂੰ ਚੱਲਦੇ ਨੇ। ਇਹ ਹੱਥ ਕੀ ਕਰਦੇ ਨੇ? ਕਿਸੇ ਦੇ ਭੁੱਖੇ ਦੇ ਮੂੰਹ ਵਿੱਚ ਰੋਟੀ ਪਾਉਂਦੇ ਨੇ, ਪਾਣੀ ਪਾਉਂਦੇ ਨੇ। ਕਿਸੇ ਕੋਲ ਬਿਸਤਰਾ ਨਹੀਂ, ਉਹਨੂੰ ਬਿਸਤਰਾ ਦਿੰਦੇ ਨੇ। ਅੱਜ ਵੀ ਦੇਖੀਦਾ ਕਈ ਭੈਣਾਂ, ਕਈ ਬੱਚੀਆਂ ਜਦੋਂ ਦੇਖਦੇ ਨੇ ਉਸ ਸੰਘਰਸ਼ ਵਿੱਚ ਦਿੱਲੀ ਦੀਆਂ ਜਾ ਕੇ ਕਿਵੇਂ ਉਹਨਾਂ ਬਜ਼ੁਰਗਾਂ ਦੇ ਕੋਲੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ, ਬੇਸ਼ੱਕ ਉਹਨਾਂ ਦੇ ਅਥਰੂ ਬੰਦ ਨਹੀਂ ਹੁੰਦੇ ਉਹਨਾਂ ਦੀ ਹਾਲਤ ਨੂੰ ਦੇਖ ਕੇ, ਪਰ ਉਹ ਹੌਸਲਾ ਦਿੰਦੇ ਨੇ ਕਿ ਬੱਚੀਏ, ਤੁਹਾਨੂੰ ਵੀ ਹੌਸਲਾ ਰੱਖਣਾ ਚਾਹੀਦਾ, ਸਾਨੂੰ ਵੀ, ਕਿਉਂਕਿ ਪਰਮੇਸ਼ਰ ਦੇ ਬੜਾ ਬੇਅੰਤ ਹੈ। ਉਹ ਵੱਡਿਆਂ ਵੱਡਿਆਂ ਦੀ ਮੱਤ ਜਿਹੜੀ ਬਦਲ ਸਕਦਾ ਹੈ। ਇਹ ਹਾਕਮ ਕੀ ਨੇ? ਉਹ ਇਹਨਾਂ ਦੇ ਅੰਦਰ ਵੀ ਚੰਗੀ ਮੱਤ ਭਰ ਸਕਦਾ ਹੈ। ਉਹ ਬੜੇ ਸੋਹਣੇ ਨਿੱਕੇ ਨਿੱਕੇ ਬੱਚੇ ਜਦੋਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਨੇ, ਉਹਨਾਂ ਬਜ਼ੁਰਗਾਂ ਦਾ ਵੀ ਦਿਲ ਭਰ ਜਾਂਦਾ ਹੈ ਕਿ ਕੈਸੇ ਇਹ ਬੱਚੇ, ਅਫਸਰਾਂ ਦੇ ਬੱਚੇ ਵੱਡੇ, ਇਹ ਜਾ ਕੇ ਉਹਨਾਂ ਬਜ਼ੁਰਗਾਂ ਦੇ ਕੋਲੋਂ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ। ਭਾਈ, ਇਹ ਸਮਾਂ ਹੁੰਦਾ ਪਰਮੇਸ਼ਰ ਨੇ ਦਿੱਤਾ ਸੇਵਾ ਦਾ, ਔਰ ਇਹ ਰੱਬ ਨੇ ਕਰਨਾ ਜੋ ਉਹੀ ਮਨਜ਼ੂਰ ਹੋਣਾ ਹੁੰਦਾ ਹੈ। ਪਰ ਇੱਕ ਰੱਬ ਜਿਹੜਾ ਆ ਹਰ ਇੱਕ ਨੂੰ ਇੱਕ ਸਾਂਝੀ ਵਾਲਤਾ ਵਿੱਚ ਲਿਆਉਣ ਦਾ ਸਮਾਂ ਦੇ ਦਿੰਦਾ ਹੈ, ਮੌਕਾ ਬਖਸ਼ ਦਿੰਦਾ ਆ। ਅੱਜ ਜਿਹੜੇ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ, ਤੁਸੀਂ ਦੇਖ ਲਓ ਇੱਕ ਜਗ੍ਹਾ ਤੇ ਸਾਰੇ ਧਰਮਾਂ ਦੇ ਜਾ ਕੇ ਬੈਠਦੇ ਨੇ ਔਰ ਉੱਥੇ ਸਾਂਝਾ ਪ੍ਰਸ਼ਾਦਾ ਛਕ ਰਹੇ ਨੇ, ਲੰਗਰ ਪਾਣੀ ਵੀ ਛਕਦੇ ਨੇ। ਸੋ ਇਹ ਜਿਹੜੀਆਂ ਗੱਲਾਂ, ਇਹ ਰੱਬ ਕੋਈ ਇਹੋ ਜਿਹਾ ਕੌਤਕ ਵਰਤਾਉਂਦਾ ਆ ਕਿ ਉਹ ਸਮੇਂ ਅਨੁਸਾਰ ਸਾਰਾ ਕੁਝ ਸਹੀ ਹੋ ਸਕਦਾ ਹੈ। ਦੁਨੀਆ ਦੇ ਅੰਦਰੋਂ ਜਦੋਂ ਨਫ਼ਰਤ ਨੂੰ ਰੱਬ ਖਤਮ ਕਰਨਾ ਚਾਹੇ, ਉਹ 1 ਮਿੰਟ ਲਾਉਂਦਾ ਹੈ। ਸੋ ਭਾਈ ਕਵੀ ਜੀ ਲਿਖਦੇ, ਭਾਈ ਮਰਦਾਨਾ ਜੀ ਕਹਿਣ ਲੱਗੇ, ਦੀਜੇ ਸਕਲ ਬੇਦਾਰ ਬਹੁਰ ਨਾ ਬੈਨ ਬਖਾਨ ਕੋ। ਕਹਿੰਦੇ ਸਕਲ ਵਿਗਾੜਦੇ ਆ ਕਿ ਇਹ ਦੁਬਾਰਾ ਬੋਲ ਨਾ ਸਕਣ। ਨਹੀਂ, ਭਗਤ ਕਬੀਰ ਜੀ ਆਖਦੇ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਭਾਈ ਗੁਰੂ ਦਾ ਜਿਹੜਾ ਤੀਰ ਆ ਨਾ, ਇਹਦਾ ਭਾਵ ਇਹ ਨਹੀਂ ਕਿ ਜਿਵੇਂ ਦੂਸਰਾ ਤੀਰ ਲੱਗਦਾ ਲੱਤਾਂ ਹੀ ਤੋੜ ਦਿੰਦਾ ਹੈ ਜਾਂ ਮੂੰਹ ਹੀ ਗੂੰਗਾ ਕਰ ਦਿੰਦਾ ਹੈ, ਕੰਨ ਬੋਲੇ ਕਰ ਦਿੰਦਾ। ਨਹੀਂ, ਇਹ ਬਚਨਾਂ ਦਾ ਤੀਰ ਆ, ਜਿਸ ਨੇ ਰਾਖਸ ਬੁੱਧੀ ਨੂੰ ਵੀ ਦੁਨੀਆ ਦੇ ਭਲੇ ਵਿੱਚ ਲਾ ਦਿੱਤਾ ਆ। ਕੀ ਪਤਾ ਰੱਬ ਨੇ ਕਿਹੜਾ ਕੌਤਕ ਵਰਤਾ ਦੇਣਾ ਹੈ। ਇਹ ਰੱਬ ਦੇ ਰੰਗ ਨੇ। ਸੋ ਇਸ ਕਰਕੇ ਸਾਨੂੰ ਵੀ ਆਪਣਾ ਜੀਵਨ ਸੋਹਣਾ ਰੱਖਣਾ ਚਾਹੀਦਾ ਹੈ, ਕਿਉਂਕਿ ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਉਹਨਾਂ ਦੇ ਸਿੱਖਾਂ ਦਾ ਜੀਵਨ, ਭਾਈ ਮਨਸੁਖ ਦੇ ਜੀਵਨ ਤੋਂ ਰਾਜਾ ਸਿਵਨਾਭ ਪ੍ਰਭਾਵਿਤ ਹੋ ਗਿਆ ਸੀ। ਰਾਜਾ ਸਿਵਨਾਭ ਇੰਨਾ ਵੱਡਾ ਰਾਜਾ ਆ, ਪ੍ਰਭਾਵਿਤ ਕਿਤੋਂ ਹੋਇਆ? ਭਾਈ ਮਨਸੁਖ ਦੇ ਜੀਵਨ ਤੋਂ। ਸਾਡਾ ਇਹੋ ਜਿਹਾ ਜੀਵਨ ਕਿਤੇ ਦੁਨੀਆ ਦੇ ਸਾਹਮਣੇ ਆ ਜਾਵੇ ਕਿ ਦੁਨੀਆ ਨੂੰ ਪਤਾ ਲੱਗੇ ਕਿ ਗੁਰੂ ਦੇ ਸਿੱਖ, ਗੁਰੂ ਤੇ ਭਰੋਸਾ ਰੱਖਣ ਵਾਲਿਆਂ ਦਾ ਇਹੋ ਜਿਹਾ ਜੀਵਨ, ਕਿਤੇ ਕੋਈ ਸਾਡੇ ਜੀਵਨ ਵੱਲ ਦੇਖ ਕੇ ਗੁਰੂ ਦੇ ਰਾਹ ਤੇ ਚੱਲ ਪਵੇ, ਇਹਦੇ ਨਾਲੋਂ ਵੱਡਾ ਪੁੰਨ ਨਹੀਂ। ਪਰ ਜੇ ਕੋਈ ਸਾਡੇ ਜੀਵਨ ਵੱਲ ਵੇਖ ਕੇ ਮਾੜੇ ਪਾਸੇ ਚੱਲ ਪਵੇ, ਇਹ ਸਾਡੇ ਵਾਸਤੇ ਇਹਦੋਂ ਵੱਡਾ ਕੋਈ ਪਾਪ ਨਹੀਂ ਹੈ। ਸੋ ਭਾਈ ਆਪਣੇ ਜੀਵਨ ਨੂੰ ਉਹੋ ਜਿਹਾ ਬਣਾਈਏ ਜਿਹੜਾ ਗੁਰੂ ਦੇ ਸਿੱਖਾਂ ਦਾ ਜੀਵਨ ਸੀ, ਜਿਹਦੇ ਤੋਂ ਰਾਜੇ ਪ੍ਰਭਾਵਿਤ ਹੁੰਦੇ ਨੇ ਤੇ ਅੱਜ ਦੇ ਰਾਜੇ ਵੀ ਪ੍ਰਭਾਵਿਤ ਹੋ ਸਕਦੇ ਨੇ, ਜੇ ਆਪਾਂ ਵੀ ਆਪਣੇ ਜੀਵਨ ਦੀਆਂ ਸੋਹਣੀਆਂ ਮਿਸਾਲਾਂ ਕਿਤੇ ਉਹਨਾਂ ਦੇ ਸਾਹਮਣੇ ਆ ਜਾਣ। ਜਦੋਂ ਦੇਖਣਗੇ ਕੋਈ ਸਮਾਂ ਨਹੀਂ ਲੱਗਦਾ। ਸੋ ਕਵੀ ਜੀ ਲਿਖਦੇ, ਭਾਈ ਮਰਦਾਨਾ ਜੀ ਇਹ ਬਚਨ ਸਤਿਗੁਰਾਂ ਨੂੰ ਆਖਦੇ ਹਨ ਜੀ। ਸ਼੍ਰੀ ਗੁਰੂ ਅਲਾਈ ਨ ਹੈ ਹਾਥ ਕੀ ਲੜਾਈ,
ਇਹਾਂ ਬੈਣ ਚਤਰਾਈ ਕਰੇ ਬਾਦ ਸਿੱਧ ਆਵਈ। ਸੇਰੀ ਗੁਰ ਅਲਾਈ ਨਹਿ ਹਾਥ ਕੀ ਲੜਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨੇ ਹਰ ਜਗ੍ਹਾ ਸਮਾਂ ਹੁੰਦਾ ਆ। ਗੁਰੂ ਨਾਨਕ ਪਾਤਸ਼ਾਹ ਦੇ ਹੱਥ ਵਿੱਚ ਸੋਟਾ ਵੀ ਸੀ, ਭਾਈ ਮਰਦਾਨਾ ਜੀ ਵੀ ਨਾਲ ਰਹੇ ਨੇ, ਉਹਨਾਂ ਕੋਲ ਬੇਸ਼ੱਕ ਇਹ ਸ਼ਸਤਰ ਵੀ ਸੀ, ਪਰ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨੇ ਇੱਥੇ ਜਿਹੜੀ ਲੜਾਈ ਹੈ ਨਾ, ਸ੍ਰੀ ਗੁਰ ਅਲਾਈ ਨੇ ਹਾਥ ਕੀ ਲੜਾਈ, ਇਹ ਹੱਥਾਂ ਦੀ ਲੜਾਈ ਨਹੀਂ ਹੈ। ਇੱਥੇ ਜਿਹੜੀ ਲੜਾਈ ਹੈ ਇਹ ਇਹਾਂ ਬੈਨ ਚ ਉਤਰਾਈ, ਇੱਥੇ ਬੈਨਾਂ ਦੀ ਹੈ, ਇੱਥੇ ਸੰਵਾਦ ਦੀ ਹੈ, ਇੱਥੇ ਵਿਚਾਰ ਦੀ ਹੈ। ਸਿੱਧ ਵਿਚਾਰ ਕਰਨ ਆਉਂਦੇ ਨੇ, ਅਸੀਂ ਵੀ ਵਿਚਾਰ ਦੇ ਨਾਲ ਲੜਾਂਗੇ ਕਿ ਜਦੋਂ ਇਹ ਹਮਲਾਵਰ ਹੋ ਕੇ ਆਉਣਗੇ ਉਹ ਫਿਰ ਦੂਸਰਾ ਰੂਪ ਫਿਰ ਦੇਖਿਆ ਜਾਂਦਾ ਹੈ। ਇੱਥੇ ਭਾਈ ਮਰਦਾਨੇ ਅਜੇ ਇਹ ਵਾਲੀ ਲੜਾਈ ਨਹੀਂ ਹੈ, ਇੱਥੇ ਸੰਵਾਦ ਦੀ ਲੜਾਈ ਹੈ। ਕਰੇ ਬਾਦ ਸਿੱਧ ਆਵਈ, ਕਹਿੰਦੇ ਸਿੱਧ ਵਿਚਾਰ ਕਰਨ ਆਉਂਦੇ ਨੇ, ਅਸੀਂ ਕਰਦੇ ਹਾਂ। ਸਾਨੂੰ ਵਿਚਾਰ ਤੋਂ ਕਦੇ ਭੱਜਣਾ ਨਹੀਂ ਚਾਹੀਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਆਖਦੇ ਹਨ ਜੀ, ਬੋਲਤ ਪਰਸ ਪਰ ਆਵਾ ਤਬ ਜੋਗੀ ਸੋ, ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵਈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨੇ ਤੂੰ ਪੁੱਛਿਆ, ਸਵਾਲ ਕੀਤਾ ਕਿ ਅਸੀਂ ਹੱਸੇ ਕਿਉਂ ਹਾਂ। ਪਾਤਸ਼ਾਹ ਜੀ ਕਹਿਣ ਲੱਗੇ, ਬੋਲਤ ਪਰਸ ਪਰ ਆਵਾ ਤਬ ਜੋਗੀ ਸੋ, ਨਾਮ ਹੈ ਕਨੀਫਾ। ਕਹਿੰਦੇ ਇੱਕ ਜੋਗੀ ਹੋਰ ਆ ਰਿਹਾ, ਉਹਦਾ ਨਾਮ ਹੈ ਕਨੀਫਾ, ਐਸੇ ਵਾਕ ਕੋ ਅਲਾਵੀ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਆਗੇ ਇਹਾਂ ਆਏ ਕੈ ਦੋ ਪੂਰਬ ਹੀ ਆਏ ਤੁਮ, ਕੌਨੇ ਥਾਨ ਤੀਕ ਚੱਬ ਜਲ ਕਰ ਜਾਵਈ। ਕਹਿੰਦੇ ਹੁਣ ਇਹ ਕਨੀਫਾ ਆਇਆ, ਇਹਨੇ ਆਉਂਦਿਆਂ ਸਤਿਗੁਰਾਂ ਤੇ ਸਵਾਲ ਕੀਤਾ ਆ, ਪ੍ਰਸ਼ਨ ਕੀਤਾ ਆ। ਆਗੇ ਇਹਾਂ ਆਏ ਕਹਿ ਦੋ ਪੂਰਬ ਹੀ ਆਏ ਤੁਮ, ਕਹਿੰਦੇ ਪੁੱਛਿਆ ਕਿ ਤੁਸੀਂ ਸਤਿਗੁਰੂ ਜੀ ਪਹਿਲੋਂ ਵੀ ਇਸ ਧਰਤੀ ਤੇ ਆਏ ਹੋ ਜਾਂ ਪਹਿਲੀ ਵਾਰ ਆਏ ਹੋ। ਪੂਰਬ ਹੀ ਆਏ ਤੁਮ ਕੈਸੋ ਥਾਨ ਤੀਕ ਅਬ ਚੱਲ ਕਰ ਜਾਵਈ, ਤੁਸੀਂ ਕਿੱਥੇ ਤੱਕ ਜਾਣਾ ਚਾਹੁੰਦੇ ਹੋ। ਭਾਵ ਇੱਥੇ ਪਹਿਲੀ ਵਾਰ ਆਏ ਹੋ ਕਿ ਪਹਿਲੋਂ ਵੀ ਆਏ ਹੋ, ਫਿਰ ਤੁਸੀਂ ਜਾਣਾ ਕਿੱਥੇ ਚਾਹੁੰਦੇ ਹੋ। ਇਹ ਸਵਾਲ ਕਨੀਫਾ ਕਰਦਾ ਹੈ ਜੀ। ਕੌਣ ਨਾਮ ਤੇਰੋ ਖੋਵੋ ਮਾਨ ਜੋ ਕਨੇਰੋ ਕੀਨੋ, ਲੀਜੇ ਉਪਦੇਸ਼ ਮੇਰੋ ਨੀਕੋ ਹੋਂ ਸੁਣਾਵਈ। ਇਹਨੇ ਆਉਂਦਿਆਂ ਹੀ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ। ਕਹਿੰਦੇ ਜੋ ਖੋਵੋ ਮਾਨ ਜੋ ਕਨੇਰੋ ਕੀਨੋ, ਕਹਿੰਦੇ ਤੁਸੀਂ ਜਿਹੜਾ ਮਾਨ ਕਰੀ ਬੈਠੇ ਉਹਨੂੰ ਛੱਡ ਦਿਓ। ਲੀਜੇ ਉਪਦੇਸ਼ ਮੇਰੋ ਨੀਕੋ ਹੋਂ ਸੁਣਾਵਈ, ਮੇਰਾ ਉਪਦੇਸ਼ ਲੈ ਲਵੋ, ਇਹ ਮੈਂ ਤੁਹਾਨੂੰ ਚੰਗੀ ਗੱਲ ਦੱਸਦਾ ਹਾਂ। ਇਹ ਕਨੀਫਾ ਸਤਿਗੁਰਾਂ ਨੂੰ ਆਖਦਾ, ਆਪਣਾ ਨਾਮ ਦੱਸੋ ਔਰ ਜੋ ਮੈਂ ਤੁਹਾਨੂੰ ਆਖਦਾ ਸਿੱਖ ਮਤ ਉਹਨੂੰ ਧਾਰਨ ਕਰ ਲਵੋ, ਜਿਹੜਾ ਉਪਦੇਸ਼ ਦੱਸਦਾ ਹੈ। ਇਸ ਤਰ੍ਹਾਂ ਕਨੀਫਾ ਸਤਿਗੁਰਾਂ ਨੂੰ ਆਖਦਾ ਹੈ ਜੀ। ਆਗੇ ਹਮ ਆਏ ਤਹੁ ਗੈਲ ਜਬ ਜਾਏ, ਦੇਖੇ ਬਿਨਾ ਸੁਣੇ ਕਹੋ ਕੋ ਐਸੇ ਚੱਲ ਜਾਤ ਹੈ। ਪਾਤਸ਼ਾਹ ਕਹਿਣ ਲੱਗੇ, ਕਨੀਫਾ ਤੂੰ ਕਿਸੇ ਭਰਮ ਵਿੱਚ ਨਾ ਰਹਿ। ਆਗੇ ਹਮ ਆਏ ਤਉ ਗੈਲ ਅਬ ਜਾਏ, ਕਹਿੰਦੇ ਅਸੀਂ ਪਹਿਲੋਂ ਵੀ ਆਏ ਤਾਂ ਹੀ ਹੁਣ ਚੱਲ ਕੇ ਆਏ ਹਾਂ। ਦੂਸਰੀ ਗੱਲ, ਅਸੀਂ ਪਹਿਲੋਂ ਵੀ ਪਰਮੇਸ਼ਰ ਨੂੰ ਧਿਆਉਂਦੇ, ਹੁਣ ਵੀ ਉਸੇ ਰੱਬ ਨੂੰ ਧਿਆ ਰਹੇ ਹਾਂ। ਕਹਿੰਦੇ ਦੇਖੇ ਬਿਨਾ ਸੁਣੇ ਕਹਾਂ ਕੋ ਕੈਸੇ ਚੱਲ ਜਾਤ ਹੈ। ਕਹਿੰਦੇ ਜਦੋਂ ਅਸੀਂ ਰੱਬ ਕਿਸੇ ਨੂੰ ਦੇਖਿਆ ਨਹੀਂ ਹੋਵੇਗਾ, ਕੋਈ ਮੰਜ਼ਿਲ ਦੇਖੀ ਨਹੀਂ, ਸਾਨੂੰ ਪਤਾ ਨਹੀਂ ਹੋਵੇਗਾ, ਅਸੀਂ ਮਾਰਗ ਤੇ ਕਿਵੇਂ ਨਿਕਲ ਸਕਦੇ ਹਾਂ। ਭਾਵ ਇਹ ਕਿ ਕਹਿੰਦੇ ਪਹਿਲੋਂ ਸੰਕਲਪ ਮਨ ਵਿੱਚ ਆਪਾਂ ਕਰਦੇ ਹਾਂ ਨਾ ਕਿ ਅਸੀਂ ਦਿੱਲੀ ਜਾਣਾ, ਅਸੀਂ ਅੰਮ੍ਰਿਤਸਰ ਜਾਣਾ, ਤਾਂ ਹੀ ਅਸੀਂ ਉਸ ਰਸਤੇ ਤੇ ਚੜ੍ਹਦੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ, ਕਨੀਫਾ ਸਾਨੂੰ ਰੱਬ ਦੇ ਘਰ ਦਾ ਪਤਾ ਹੈ, ਸਾਨੂੰ ਪਤਾ ਸਾਡੀ ਮੰਜ਼ਿਲ ਉਹ ਆ, ਅਸੀਂ ਉੱਥੇ ਜਾਣਾ ਤਾਂ ਹੀ ਅਸੀਂ ਉਸ ਰਸਤੇ ਤੇ ਤੁਰੇ ਹੋਏ ਹਾਂ ਤੇ ਦੂਸਰਿਆਂ ਨੂੰ ਤੋਰ ਰਹੇ ਹਾਂ। ਜੇ ਸਾਨੂੰ ਮੰਜ਼ਿਲ ਦਾ ਨਾ ਪਤਾ ਹੋਵੇ, ਸਾਨੂੰ ਰਸਤਾ ਨਾ ਪਤਾ ਹੋਵੇ, ਅਸੀਂ ਦੂਸਰੇ ਨੂੰ ਕਿਵੇਂ ਦੱਸ ਸਕਦੇ ਹਾਂ। ਹਾਂ, ਤੁਹਾਡੇ ਵਰਗੇ ਜਿਹੜੇ ਅਧੂਰੇ ਜੋਗੀ ਨੇ, ਕਹਿੰਦੇ ਤੁਹਾਡੀ ਹਾਲਤ ਇਹ ਹੈ ਜਿਵੇਂ ਕੋਈ ਮਨੁੱਖ ਨੂੰ ਦਿਸਦਾ ਨਹੀਂ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਕੋਈ ਰਸਤਾ ਪੁੱਛੇ ਅੰਨੇ ਮਨੁੱਖ ਨੂੰ ਜਿਹਨੂੰ ਦਿਸਦਾ ਨਹੀਂ,
ਤੇ ਜਿਹੜਾ ਪੁੱਛਣ ਵਾਲਾ ਉਹ ਵੀ ਅੱਖਾਂ ਤੋਂ ਅੰਨਾ ਹੋਵੇ, ਕਹਿੰਦੇ ਦੋਵੇਂ ਹੀ ਭੁੱਲੇ ਰਹਿ ਸਕਦੇ ਨੇ। ਹੁਣ ਕੋਈ ਗੂੰਗਾ ਦੂਸਰੇ ਨੂੰ, ਗੂੰਗੇ ਨੂੰ ਰਸਤਾ ਦੱਸਣਾ ਚਾਹੇ, ਕਹਿੰਦੇ ਉਹਨੂੰ ਵੀ ਨਹੀਂ ਪਤਾ ਲੱਗ ਸਕਦਾ। ਕੋਈ ਬੋਲਾ ਬੋਲੇ ਨੂੰ ਸਮਝਾਉਣਾ ਚਾਹੇ, ਕਹਿੰਦੇ ਦੋਵਾਂ ਦਾ ਸਮਝਾਉਣਾ ਬੇਕਾਰ ਹੈ, ਕਿਉਂਕਿ ਜਿਹੜਾ ਆਪ ਬੋਲਾ ਦੂਸਰੇ ਨੂੰ ਕਿਵੇਂ ਸਮਝਾ ਸਕਦਾ, ਉਹ ਵੀ ਬੋਲਾ। ਸੋ ਜਿਹੜੇ ਅਧੂਰੇ ਉਹਨਾਂ ਦੀ ਗੱਲ ਸਤਿਗੁਰੂ ਜੀ ਆਖਦੇ, ਉਹਨਾਂ ਨੂੰ ਆਪਣਾ ਮਾਰਗ ਭੁੱਲਿਆ ਹੋ ਸਕਦਾ ਹੈ। ਸਾਨੂੰ ਆਪਣੀ ਮੰਜ਼ਿਲ ਦਾ ਪਤਾ, ਸਾਨੂੰ ਆਪਣੇ ਰਸਤੇ ਦਾ ਪਤਾ ਹੈ। ਇਹ ਸਤਿਗੁਰੂ ਜੀ ਆਖਦੇ ਬਿਨਾਂ ਮੰਜ਼ਿਲ ਪਤਾ ਹੋਣ ਤੋਂ ਕੋਈ ਰਸਤੇ ਤੇ ਕਿਵੇਂ ਨਿਕਲ ਸਕਦਾ ਆ। ਜਿਹਨੂੰ ਪਤਾ ਹੀ ਨਹੀਂ ਮੈਂ ਜਾਣਾ ਕਿੱਥੇ ਆ, ਮੈਂ ਰੁਕਣਾ ਕਿੱਥੇ ਆ, ਉਹ ਆਪਣੇ ਜੀਵਨ ਦਾ ਪਲਾਨ ਕਿਵੇਂ ਬਣਾ ਸਕਦਾ ਹੈ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਨਾਨਕ ਹੈ ਨਾਮ ਉਪਦੇਸ਼ ਤਾਂ ਮਹਾਨ ਜੋ, ਸੂ ਕਹੋ ਆਣ ਕਰ ਐਸੋ ਬਰ ਰਾਤ ਹੈ। ਹੁਣ ਸਤਿਗੁਰਾਂ ਨੇ ਇਹਦੇ ਸਵਾਲਾਂ ਦਾ ਜਵਾਬ ਦਿੱਤਾ ਆ। ਦੇਖੋ, ਸਵਾਲ ਕਰਨੇ ਮਾੜੀ ਗੱਲ ਨਹੀਂ ਹੁੰਦੀ। ਕਹਿੰਦੇ ਨਾਨਕ ਹੈ ਨਾਮ, ਸਾਡਾ ਨਾਮ ਨਾਨਕ ਹੈ। ਕਹਿੰਦੇ ਉਪਦੇਸ਼ ਜਿਹੜਾ ਉਹਨੇ ਕਿਹਾ ਸੀ ਨਾ, ਉਪਦੇਸ਼ ਲੈ ਲਵੋ, ਕੀਨੋ ਲੀਜੇ ਉਪਦੇਸ਼ ਮੇਰੋ। ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਲੈਣ ਨੂੰ ਤਿਆਰ ਹਾਂ। ਉਪਦੇਸ਼ ਸਾਨੂੰ ਕਿਹੜਾ ਚਾਹੀਦਾ, ਪਹਿਲੋਂ ਇਹ ਵੇਖ ਲੈ। ਉਪਦੇਸ਼ ਚਾਹੀਦਾ ਉਪਦੇਸ਼ ਤਾਂ ਮਹਾਨ ਜੋ, ਸੋ ਕਹੋ ਆਨ ਕਰ। ਕਹਿੰਦੇ ਸਾਨੂੰ ਉਪਦੇਸ਼ ਚਾਹੀਦਾ ਜਿਹੜੀ ਅਗਿਆਨਤਾ ਨੂੰ ਦੂਰ ਕਰੇ, ਜਿਹੜਾ ਭਰਮਾਂ ਨੂੰ ਦੂਰ ਕਰੇ, ਜਿਹੜਾ ਵਹਿਮਾਂ ਨੂੰ ਦੂਰ ਕਰ ਦੇਵੇ। ਕਿਉਂਕਿ ਸੰਸਾਰ ਵਿੱਚ ਜਿਹੜਾ ਹਨੇਰਾ ਆ ਨਾ, ਇਹ ਆਰਾਧ ਦਾ ਹਨੇਰਾ ਨਹੀਂ ਹੈ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸੰਸਾਰ ਹਨੇਰੇ ਵਿੱਚ ਹੈ। ਇਸੇ ਕਰਕੇ ਪਾਤਸ਼ਾਹ ਨੇ ਬਾਰ-ਬਾਰ ਇਹ ਬਚਨ ਕਹੇ ਸੀ ਕਿ ਜੇ 100 ਚੰਦਾ ਉਗਵੈ ਸੂਰਜ ਚੜੇ 1000, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਜਿਹੜਾ ਹਨੇਰਾ ਹੈ ਨਾ, ਤਮ ਦਾ ਹਨੇਰਾ, ਅਗਿਆਨਤਾ ਦਾ ਹਨੇਰਾ, ਭਰਮਾਂ ਦਾ ਹਨੇਰਾ, ਕਹਿੰਦੇ ਇਹਨੂੰ ਦੂਰ ਕਰਨ ਵਾਸਤੇ ਤੇਰੇ ਕੋਲ, ਤੇਰੇ ਗੁਰੂ ਕੋਲ ਕੋਈ ਉਪਦੇਸ਼ ਹੈ ਤੇ ਸਾਨੂੰ ਦੱਸ। ਐਸੋ ਬਰਤਾਤ ਹੈ, ਕਹਿੰਦੇ ਐਸਾ ਕੋਈ ਉਪਦੇਸ਼ ਤੁਹਾਡੇ ਕੋਲ ਹੈ, ਅਸੀਂ ਲੈਣ ਵਾਸਤੇ ਤਿਆਰ ਹਾਂ, ਦੱਸੋ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਦੇਖ ਬਿਨ ਰੰਜਨ ਕੀ ਚਾਹੇ ਔਰ ਲਾਗੀ ਮੁਕ, ਤਾਹੀ ਕੇ ਤਖਤ ਬਿਨ ਮਨ ਨਾ ਠਹਿਰਾਤ ਹੈ। ਦੂਜੀ ਗੱਲ ਕਹਿਣ ਲੱਗੇ ਤੁਸੀਂ ਰਸਤੇ ਤੇ ਕਿਉਂ ਚੱਲੇ, ਪਹਿਲੋਂ ਰੱਬ ਨੂੰ ਕਦੀ ਦੇਖਿਆ? ਸਤਿਗੁਰਾਂ ਨੇ ਕਿਹਾ ਦੇਖ ਬੇ ਨਰੰਜਨ ਕੀ ਚਾਹੇ ਉਰ ਲਾਗੀ। ਉਰ ਦਾ ਅਰਥ ਹੁੰਦਾ ਹਿਰਦੇ ਵਿੱਚ। ਕਹਿੰਦੇ ਸਾਡੇ ਅੰਦਰ ਜਿਹੜੀ ਚਾਹ ਆ ਨਾ, ਉਹ ਰੱਬ ਨੂੰ ਦੇਖਣ ਦੀ, ਪ੍ਰਭ ਮਿਲਣੇ ਕਾ ਚਾਹੋ। ਸਾਡੇ ਅੰਦਰ ਉਸ ਰੱਬ ਨੂੰ ਮਿਲਣ ਦੀ ਚਾਹ ਲੱਗੀ ਹੈ। ਮੋਹ ਕੋ ਤਾਹੀ ਕੇ ਤਖਤ ਬਿਨ ਮਨ ਨਾ ਠਹਿਰਾਤ ਹੈ। ਕਹਿੰਦੇ ਮੈਂ ਉਸ ਸੱਚੇ ਰਾਜੇ ਨੂੰ ਦੇਖਿਆ, ਪਰਮੇਸ਼ਰ ਨੂੰ, ਉਹਦੇ ਤਖਤ ਤੋਂ ਬਿਨਾਂ ਮੈਨੂੰ ਕੋਈ ਹੋਰ ਤਖਤ ਦੇ ਸੰਸਾਰ ਵਿੱਚ ਸਥਿਰ ਨਹੀਂ ਲੱਗਦਾ। ਕਹਿੰਦੇ ਉਸ ਰੱਬ ਨੂੰ ਦੇਖਣ ਦੀ ਚਾਹ ਹੈ। ਕਹਿੰਦੇ ਉਹਦੇ ਤਖਤ ਤੋਂ ਬਿਨਾਂ ਸਾਡਾ ਮਨ ਕਿਤੇ ਵੀ ਠਹਿਰਦਾ ਨਹੀਂ। ਸਾਡਾ ਮਨ ਉਸ ਰੱਬ ਦੇ ਘਰ ਵਿੱਚ ਹੀ ਜਾ ਕੇ ਠਹਿਰੇਗਾ। ਜਿਵੇਂ ਸਿੱਖ ਜੋਦੜੀਆਂ ਕਰਦੇ ਨੇ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ, ਚਾਤਰ ਕੀ ਨਿਆਈ। ਕਹਿੰਦਾ ਨਾ ਸਿੱਖ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਤੁਦ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਉਹਦਾ ਜੀਵਨ ਐਸਾ ਹੈ। ਸਤਿਗੁਰੂ ਜੀ ਕਹਿਣ ਲੱਗੇ ਦੇਖ ਬੇ ਨਿਰੰਜਨ ਕੀ ਚਾਹ ਉਰ ਲਾਗੀ। ਸਾਡੇ ਹਿਰਦੇ ਦੇ ਵਿੱਚ ਨਿਰੰਜਨ ਨੂੰ ਦੇਖਣ ਦੀ, ਮਾਇਆ ਰਹਿਤ ਪਰਮੇਸ਼ਰ ਨੂੰ ਦੇਖਣ ਦੀ ਚਾਹ ਲੱਗੀ ਹੈ। ਐਸੀ ਸਿੱਖਿਆ, ਐਸੀ ਕੋਈ ਤੇਰੇ ਕੋਲ ਉਪਦੇਸ਼ ਹੈ, ਮਤ ਹੈ, ਸਾਨੂੰ ਦੱਸੋ। ਉਸ ਤੋਂ ਬਿਨਾਂ ਸਾਡੇ ਮਨ ਵਿੱਚ ਕੋਈ ਧੀਰਜ ਨਹੀਂ। ਇਹ ਸਤਿਗੁਰੂ ਜੀ ਆਖਦੇ ਹਨ ਜੀ। ਕੈਸੇ ਮਤ ਤੋਹੇ ਕਹਿ ਦੀਜੇ ਸਭ ਪਾਸ ਮੋਹੇ, ਸੁਣ ਕੈ ਕਨੀਫਾ ਤਬ ਬਚਨ ਕਹਾਤ ਹੈ। ਜਦੋਂ ਸਤਿਗੁਰਾਂ ਨੇ ਇਹ ਗੱਲ ਕਹੀ ਕਿ ਕੋਈ ਇਹੋ ਜੀ ਮਤ ਹੈ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਰਾਧਾ, ਉਸ ਰੱਬ ਨਾਲ ਜੋੜਨ ਵਾਲੀ ਕੋਈ ਮਤ ਹੈ, ਕਨੀਫਾ ਮੈਨੂੰ ਦੱਸੋ। ਕਹਿੰਦੇ ਕੈਸੇ ਮਤ ਤੋਹੇ ਕਹਿ ਦੀਜੇ ਸਭ ਪਾਸ ਮੋਹੇ। ਜੇ ਕੋਈ ਇਸ ਤਰ੍ਹਾਂ ਦੀ ਮਤ ਤੇਰੇ ਕੋਲ ਹੈ, ਅਸੀਂ ਲੈਣ ਨੂੰ ਤਿਆਰ ਹਾਂ। ਸੁਣ ਕੇ ਕਨੀਫਾ ਤਬ ਬਚਨ ਕਹਾਤ ਹੈ। ਕਨੀਫੇ ਨੇ ਸਤਿਗੁਰਾਂ ਦੇ ਇਹ ਪਵਿੱਤਰ ਬਚਨ ਸੁਣੇ, ਪਰ ਹੁਣ ਇਹ ਆਪਣੇ ਢੰਗ ਦਾ ਜਿਹੜਾ ਯੋਗ ਮਤ ਦੀ ਗੱਲ ਦੱਸਦਾ ਸਤਿਗੁਰਾਂ ਨੂੰ। ਕਿਵੇਂ ਪਾਤਸ਼ਾਹ ਜੀ
ਇਹਦੇ ਪਖੰਡ ਰੂਪੀ ਜੋਗ ਦਾ ਪਾਜ ਉਘੇੜ ਕੇ ਇਹ ਵਾਪਸ ਜਾਂਦਾ। ਇਹਦਾ ਸਾਰਾ ਇਤਿਹਾਸ ਆਪਾਂ ਅਗਲੀ ਵਿਚਾਰ ਵਿੱਚ ਸਾਂਝਾ ਕਰਾਂਗੇ। ਹੋਈਆਂ ਭੁੱਲਾਂ ਆਪ ਸੰਗਤਾਂ ਸਤਿਗੁਰੂ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।